I was thinking, you should bring into limelight one important person. I mean, we must. ਤੁਸੀਂ ਤੇ ਹੁਣੇ ਗੱਲ ਕੀਤੀ ਨਾ ਜੋ ਜੋਧੇ ਸਨ ਜੋ ਗੁਰਮੁਖ ਸਨ and all. We must talk a little bit also in class devoted to the apna Maharaja Ranjit Singh their time, the Dogras. I mean, we how should, they played. yeah, How they play. I mean, which ਲੈ ਕੇ ਆਣਾ ਨਾ ਤੇ ਬੰਦਾ ਭੁੱਲ ਜਾਂਦਾ ਪਰ if you do a class on it na what they were yeah, and what I they mean, did, yeah, definitely. ਬੜਾ ਇਫੈਕਟ ਪੈਂਦਾ ਉਸ ਚੀਜ਼ ਦਾ Yeah, ਤੇ yeah. ਉਹਦੇ I agree with you ਕਿ ਖਾਲੀ ਪੋਜ਼ਿਟਿਵ ਨਹੀਂ 네ਗੇਟਿਵ ਕੈਰੈਕਟਰ ਨੂੰ ਵੀ ਕਈ ਵਾਰੀ ਅੱਗੇ ਰੱਖ ਕੇ ਦੱਸਣਾ ਚਾਹੀਦਾ ਹੈ ਵੀ ਉਹਨਾਂ ਨੇ ਕੀ 네ਗੇਟਿਵਿਟੀ ਫੈਲਾਈ ਔਰ ਕੀ ਕੀਤਾ ਉਹਨਾਂ ਨੇ। ਨਾਲੇ when you listen to the negativity of these people, the person who is listening must go into his heart to check, am I not, मैं तो नहीं ऐसा बन रहा करे, फिर ऐसी क्वालिटी मेरे अंदर तो नहीं आ रही, नहीं बिल्कुल ठीक कह रहे हो। I must get out of this, ये बड़ा important है ना। I'm going to and I'm also सुमीत जी ने उस दिन बड़ा अच्छा एक suggestion दी थी and I was thinking about that a long time after she spoke the other day. I don't know whether she's here or not. I think she's here. I don't know, but ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹਦੇ ਉੱਤੇ ਇਹਨਾਂ ਸ਼ਹੀਦਾਂ ਦੇ ਉੱਤੇ ਤੁਸੀਂ ਇੱਕ do an audio talk and put it somewhere so that other people can take benefit out of that, and I really like that idea. ਮੈਂ ਵੀ ਇਹ ਸੇਵਾ ਵੀ ਮੈਂ ਜੇ ਮੇਰੀ ਝੋਲੀ ਪਈ ਹੈ ਸੇਵਾ ਤੇ ਮੈਂ ਜਿਹੜੇ ਵੱਡੇ ਜਿਹੜੇ ਹੋਏ ਹਨ ਜਿਹੜੇ ਸਾਡੇ ਜਿਨ੍ਹਾਂ ਚੋਂ ਬਾਬਾ ਬਚਿੱਤਰ ਸਿੰਘ ਹੋਰੀ, ਨਵਾਬ ਕਪੂਰ ਸਿੰਘ ਹੋਰੀ, ਜੱਸਾ ਸਿੰਘ ਆਲੂਵਾਲੀਆ, ਭਾਈ ਮਣੀ ਸਿੰਘ ਹੋਰੀ, ਇਹ ਜਿਹੜੇ ਵੱਡੇ ਹੋਏ ਹਨ ਔਰ ਇੰਨਾ ਹੀ ਨਹੀਂ ਸਾਨੂੰ ਆਪਣੇ ਪੰਜ ਪਿਆਰਿਆਂ ਬਾਰੇ ਵੀ ਬਹੁਤ ਘੱਟ ਪਤਾ ਹੈ ਤੇ ਬਾਕੀ ਹੋਵੇ ਨਾ ਹੋਵੇ ਪਤਾ ਪਰ ਜਿਹੜੇ ਪਹਿਲੇ ਦੋ ਹਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਉਹਨਾਂ ਬਾਰੇ ਤੇ ਪੂਰਾ ਪਤਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਿਫਤ ਕਰਨੀ ਵੀ ਮੁਸ਼ਕਿਲ ਹੈ ਔਰ ਉਹ ਗੁਰੂ ਮਹਾਰਾਜ ਆਪ ਉਹਨਾਂ ਦੀ ਬੜੀ ਇੱਜ਼ਤ ਮਾਨ ਕਰਦੇ ਸਨ। So there's a lot to talk and lot to say, but anyway, it's 8:31. I should start now. Waheguru Ji Ka Khalsa, Waheguru Ji Ki Fateh, everybody. Fateh Viji, I was thinking to everybody ki मैं ਜਦੋਂ whoever didn't listen to me earlier कि मैं ਜਦੋਂ ਬਾਬਾ ਸੰਤ ਅਕਾਲੀ ਬਾਬਾ ਫੂਲਾ ਸਿੰਘਰਾਂ ਦੇ ਉੱਤੇ ਜਦੋਂ ਦੋ ਸੈਸ਼ਨ ਜਦੋਂ ਲਗਾਏ ਤੇ even though I had read about his life several times before, but tami bolan to pehle you have to revise everything, so I had to reread everything and I came across something that really affected me a lot. ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਇੱਕ ਲੇਖ ਲਿਖਿਆ ਉਹਨਾਂ ਨੇ ਪ੍ਰੇਮ ਸਿੰਘ ਹੋਤੀ ਮਰਦਾਨ ਦੇ ਬੁੱਕ ਜਿਹੜੀ ਹੈ ਹਰੀ ਸਿੰਘ ਨਲਵਾ ਦੇ ਉੱਤੇ, ਤੇ ਉਹਦੇ ਉਹ ਪ੍ਰੀਫੇਸ ਵਿੱਚ ਇੱਕ ਲੇਖ ਲਿਖਿਆ ਉਹਨਾਂ ਨੇ ਸਿੱਖ ਤਾਰੀਖ ਦੇ ਉੱਤੇ, ਸਿੱਖ ਹਿਸਟਰੀ ਦੇ ਉੱਤੇ, ਔਰ ਉਹ ਲੇਖ ਵਿੱਚ ਬੇਸਿਕਲੀ ਸੰਦੇਸ਼ ਇਹ ਸੀ ਕਿ ਕੌਮਾਂ ਨੂੰ ਆਪਣੀ ਤਾਰੀਖ ਕਦੀ ਭੁੱਲਣੀ ਨਹੀਂ ਚਾਹੀਦੀ ਕਦੀ ਵੀ, ਔਰ ਇਹ ਵੀ ਇਹਦੀ ਇੰਪੋਰਟੈਂਸ ਵੀ ਗੁਰਬਾਣੀ ਵਰਗੀ ਹੀ ਹੈ। ਸੋ ਇਹ ਜਦੋਂ ਇਹ ਰਹੇਗੀ ਨਾਲ ਤੇ ਤਾਂ ਸ਼ੌਂਕ ਅੰਦਰ ਪੈਦਾ ਹੋਏਗਾ ਗੁਰਬਾਣੀ ਦੇ ਨਾਲ ਜੁੜਨ ਦਾ, ਕਿਉਂਕਿ ਬੰਦਾ ਉਸ ਕੌਮ ਨੂੰ ਬਿਲੋਂਗ ਦੀ ਅਣਖ ਮਹਿਸੂਸ ਕਰਦਾ ਆਪਣੇ ਅੰਦਰ। ਸੋ ਜਦੋਂ ਮੈਂ ਲੇਖ 2-3 ਵਾਰੀ ਪੜ੍ਹਿਆ ਤੇ ਮੇਰੇ ਤੇ ਅਸਰ ਬਹੁਤ ਹੋਇਆ ਮੇਰੇ ਤੇ, I was very emotionally very touched by his writing, though ਕਿ ਭਾਈ ਸਾਹਿਬ ਕਿੰਨੀ ਸੋਹਣੀ ਤਰੀਕੇ ਨਾਲ ਇਸ ਗੱਲ ਨੂੰ ਸਮਝਾਇਆ ਹੈ। ਤੇ I have made some decisions now that I will be spending more time on bringing these people out in the front, ਕਿਉਂਕਿ ਸਾਡੀਆਂ ਗੁਰਦੁਆਰਿਆਂ ਵਿੱਚ ਸਾਡੇ ਗੁਰਦੁਆਰਿਆਂ ਵਿੱਚ, ਸਕੂਲਾਂ ਵਿੱਚ, ਉੱਥੇ ਪੰਜਾਬ ਵਿੱਚ ਐਂਡ ਐਵਰੀਥਿੰਗ ਇਹਨਾਂ ਬੰਦਿਆਂ ਦੀਆਂ ਕਰਨਾਮੀਆਂ ਤੇ ਇਹਨਾਂ ਬੰਦਿਆਂ ਦੀਆਂ ਸ਼ਹੀਦੀਆਂ ਜਿਹੜੀਆਂ ਹਨ ਉਹ ਸਾਹਮਣੇ ਨਹੀਂ ਆ ਸਕਦੀਆਂ। So not only warriors but scholars also I'm going to include not only people like ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ, but ਵੱਡੇ ਜਿਹੜੇ ਸਾਡੇ ਲੇਖਕ ਹੋਏ ਹਨ, ਕਾਨ ਸਿੰਘ ਨਾਭਾ ਹੋਰੀ, ਪ੍ਰੋਫੈਸਰ ਸਾਹਿਬ ਸਿੰਘ ਹੋਰੀ, ਪ੍ਰੋਫੈਸਰ ਤੇਜਾ ਸਿੰਘ ਹੋਰੀ, ਜਿਹੜੇ ਜਿਨ੍ਹਾਂ ਦੇ ਭਾਈ ਜੋਤ ਸਿੰਘ ਵਰਗੇ, ਜਿਨ੍ਹਾਂ ਦੇ ਕਾਰਨਾਮੇ, ਜਿਨ੍ਹਾਂ ਦੀਆਂ ਲਿਖਤਾਂ ਜਿਹੜੀਆਂ ਹਨ ਇਤਨੀਆਂ ਇੰਪੋਰਟੈਂਟ ਹਨ, ਉਹਨਾਂ ਨੂੰ ਲਿਆ ਕੇ ਬਾਹਰ ਦੱਸਣਾ ਲੋਕਾਂ ਨੂੰ। So I will, if somebody wants to participate in this journey with me, let me know, but remember participating will means a lot of hard work and reading up a lot,
but anyway, so ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਮੈਂ ਸੋਚਿਆ ਕਿ ਕੱਲ ਵਿਸਾਖੀ ਸੀ ਕੱਲ, so I'm not going to let a session go by ਕਿ ਜਦ ਤੱਕ ਪਤਾ ਨਾ ਲੱਗੇ ਵੀ ਕਿਉਂ ਇੰਨੀਆਂ ਗੁਰਦੁਆਰੇ ਚ ਮਨਾਈ ਜਾਂਦੀ ਹੈ and everything. And I'm going to spend at least half an hour, 45 minutes, on this important day. ਪਹਿਲੇ ਵੀ ਬੋਲਿਆ ਹੋਇਆ ਇਸ ਟੌਪਿਕ ਦੇ ਉੱਤੇ, but ਫਿਰ ਵੀ ਦੁਬਾਰਾ ਕਿ revision is always good, So Vaisakhi obviously comes from the word Vaisakh, which is a month in the Sikh calendar, in the old Bikrami calendar, So Vaisakhi ਦਾ ਮਤਲਬ ਉਸ ਮਹੀਨਾ ਜਿਹੜਾ ਵੈਸਾਖ ਦਾ ਮਹੀਨਾ ਹੈ ਜਿਹੜਾ, ਤੇ ਵੈਸਾਖੀ ਦਾ ਦਿਨ ਉਹ ਹੁੰਦਾ ਜਿਹੜਾ ਪਹਿਲਾ ਵੈਸਾਖ ਹੋਵੇ, the first day of ਵੈਸਾਖ, ਹਾਂਜੀ, ਉਸ ਦਿਨ ਵਿਸਾਖੀ ਮਨਾਈ ਜਾਂਦੀ ਹੈ। ਸੋ ਹੁਣ ਅੱਜ ਕੱਲ ਇੱਕ ਬੜਾ ਚੱਲਿਆ ਹੋਇਆ ਕੌਮ ਵਿੱਚ ਬੜੀ ਜਗ੍ਹਾ ਕਿ ਇੱਕ ਦਿਨ ਕਰੋ, ਮੁਕਰਰ ਕਰੋ, ਨਾਨਕਸ਼ਾਹੀ ਕੈਲੰਡਰ ਲੈ ਕੇ ਆਓ, ਇਹ ਕਰੋ ਉਹ ਕਰੋ। ਮੁਬਾਰਕ ਹੈ ਉਹਨਾਂ ਨੂੰ ਜਿਹੜੇ ਕਰਨਾ ਚਾਹੁੰਦੇ ਨੇ ਕਰਨ। ਮੈਂ ਡੇਟਸ ਵਿੱਚ ਨਹੀਂ ਜਾਣਾ ਚਾਹੁੰਦਾ ਕਿਹੜੀਆਂ ਡੇਟਸ ਇੰਪੋਰਟੈਂਟ, whether you celebrated the Vaisakhi yesterday or whether you celebrate it today or whether you celebrated a Sunday from now or you already celebrated 5 days, that's not important to me ਕਿ ਕਿਹੜੇ ਦਿਨ ਤੁਸੀਂ ਮਨਾ ਰਹੇ ਹੋ, ਕੀ ਕਰ ਰਹੇ ਹੋ, And what is important to me is, do we understand what that is and do we are really doing what Guru ਚਾਹੁੰਦੇ ਨੇ। ਤੇ ਗੁਰੂ ਚਾਹੁੰਦੇ ਹਨ ਕਿ ਸਾਰਾ ਸਿੱਖ ਜਗਤ ਅੰਮ੍ਰਿਤ ਛਕੇ, ਅੰਮ੍ਰਿਤ ਪਾਨ ਕਰੇ, ਗੁਰੂ ਵਾਲਾ ਬਣੇ। ਉਹ ਕਰ ਸਕਦੇ ਕਿ ਨਹੀਂ ਕਰ ਸਕਦੇ? ਜੇ ਨਹੀਂ ਕਰ ਸਕਦੇ, ਚਾਹੇ ਵਿਸਾਖੀ ਫਿਰ ਕੱਲ ਮਨਾਈ, ਅੱਜ ਮਨਾਈ ਹੈ, ਪਰਸੋਂ ਮਨਾਈ ਹੈ, ਪਰ 2 ਦਿਨ ਪਹਿਲੇ ਮਨਾਈ ਹੈ, 10 ਦਿਨ ਬਾਅਦ ਮਨਾਈ ਹੈ, ਤਾਂ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਇਹ ਗੱਲਾਂ ਸਿਰਫ ਕਹਿਣ ਦੀਆਂ, ਔਰ ਇਹ ਆਪਣੇ ਆਪ ਨੂੰ ਖੁਸ਼ ਕਰਨ ਵਾਲੀਆਂ ਗੱਲਾਂ ਖਾਲੀ। ਸੋ ਵੈਸਾਖ ਦਾ ਮਹੀਨਾ, ਪਹਿਲਾ ਵੈਸਾਖ ਪੰਜਾਬ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਆਉਣ ਤੋਂ ਪਹਿਲੇ ਵੀ ਇਹ ਦਿਨ ਇੰਪੋਰਟੈਂਟ ਸੀ ਪੰਜਾਬ ਦੇ ਹਿਸਟਰੀ ਦੇ ਵਿੱਚ, ਪੰਜਾਬ ਦੇ ਜਗਤ ਦੇ ਵਿੱਚ। ਤੇ ਇਹ ਕੋਈ ਅੱਜ ਦੀ ਕੋਈ ਵਿਸਾਖੀ ਉਹਨਾਂ ਨੇ ਉਹ ਦਿਨ ਚੁਣਿਆ ਕਿਉਂਕਿ ਉਹ ਦਿਨ ਇੰਪੋਰਟੈਂਟ ਸੀ, ਕਿਉਂਕਿ ਛੁੱਟੀ ਸੀ ਹੁੰਦੀ ਸੀ ਉਹਨਾਂ ਦਿਨਾਂ 'ਚ। ਉਹ ਦਿਨ ਲੋਕ ਬਣਾਉਂਦੇ ਸਨ, ਲੋਕ ਵਿਸਾਖੀ ਦੇ ਮੇਲੇ ਕਰਾਉਂਦੇ ਸਨ, ਲੋਕ ਖੁਸ਼ੀ ਦਾ ਇੱਕ ਇਜ਼ਹਾਰ ਕਰਦੇ ਸਨ, ਇੱਕ ਸਪ੍ਰਿੰਗ ਫੈਸਟੀਵਲ ਕਹਿ ਲਓ, ਜੋ ਮਰਜ਼ੀ ਤੁਸੀਂ ਕਹਿ ਲਓ ਉਸ ਗੱਲ ਨੂੰ। ਸੋ ਇਸ ਵਾਸਤੇ ਉਹ ਦਿਨ ਚੁਣਿਆ ਗਿਆ। ਬਟ ਲੈਟ ਮੀ ਗਿਵ ਸਮ ਬੈਕਗਰਾਉਂਡ ਬਿਹਾਈਂਡ ਦਿਸ ਵਿਸਾਖੀ। ਦੇ 1699 ਦੀ ਵਿਸਾਖੀ ਸਪੈਸ਼ਲ ਸੀ, ਬਾਕੀ ਵਿਸਾਖੀਆਂ ਤੇ ਆਉਂਦੀਆਂ ਰਹਿੰਦੀਆਂ, ਪਹਿਲੇ ਵੀ ਵਿਸਾਖੀ ਬਣਾਉਂਦੇ ਰਹੇ ਹਾਂ। 12 ਮਾਹ ਵਿੱਚ ਵਿਸਾਖੀ ਬਾਰੇ, ਵਿਸਾਖ ਬਾਰੇ ਡਿਸਕਸ਼ਨ ਆਉਂਦੀ ਹੈ, ਦੋਨੋਂ 12 ਮਾਹ ਵਿੱਚ, ਤੁਖਾਰੀ ਵਾਲੇ ਵਿੱਚ ਤੇ ਮਾਝ ਵਾਲੇ ਵਿੱਚ ਵੀ। ਸੋ ਇੱਕ ਹਿਸਟਰੀ ਤੇ ਨਜ਼ਰ ਮਾਰੀਏ ਇੰਡੀਆ ਦੀ, ਕਿ ਇੰਡੀਆ ਦੀ ਹਿਸਟਰੀ 750 AD ਤੋਂ ਬਾਅਦ, 800 AD ਤੋਂ ਬਾਅਦ ਫੋਰਨ ਰੂਲ ਇਸਟੈਬਲਿਸ਼ ਹੋ ਗਿਆ ਇੰਡੀਆ ਵਿੱਚ। ਅਨਫੋਰਚੂਨੇਟਲੀ ਆਪਣੀ ਕਮਜ਼ੋਰੀ ਦੇ ਕਾਰਨ, ਆਪਣੀਆਂ ਕਮਜ਼ੋਰੀਆਂ ਦੇ ਕਾਰਨ ਬਾਹਰਲਿਆਂ ਨੇ ਆ ਕੇ ਇੱਥੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਸਿੰਧ ਸਭ ਤੋਂ ਪਹਿਲਾ ਪ੍ਰੋਵਿੰਸ ਸੀ ਜਿਨ੍ਹਾਂ ਨੇ 750 AD ਵਿੱਚ, ਅੱਜ ਤੋਂ 1200-1300 ਸਾਲ ਪਹਿਲੇ ਮੁਸਲਮਾਨਾਂ ਦਾ ਰਾਜ, ਅਰਬ ਜ਼ਰਾਬ ਹੋ ਗਿਆ ਉੱਥੇ। ਫਿਰ ਗਜ਼ਨੀ ਆਇਆ, ਕਾਸਿਮ ਆਇਆ, ਇਹ 900 ਦੇ AD ਦੇ ਵਿੱਚ ਆਣੇ ਸ਼ੁਰੂ ਹੋਏ। ਕਈ ਅਫਗਾਨਿਸਤਾਨ ਤੋਂ ਆਏ, ਕਈ ਸਮਰਕੰਦ ਤੋਂ ਆਏ, ਕਦੀ ਅਰੇਬੀਆ ਤੋਂ ਆਏ, ਕੋਈ ਈਰਾਨ ਤੋਂ ਆਏ, ਕੋਈ ਤੈਮੂਰ ਦੇ ਉਹਦੇ ਵਿੱਚੋਂ ਆਏ, ਕਿੱਥੋਂ ਕਿੱਥੋਂ ਲੋਕ ਆਣੇ ਸ਼ੁਰੂ ਹੋ ਗਏ। ਪਤਾ ਲੱਗ ਗਿਆ ਹਿੰਦੁਸਤਾਨ ਬੜਾ ਅਮੀਰ ਹੈ, ਅਮੀਰੀਅਤ ਹੈ ਬੜੀ, ਬੜਾ ਸੋਨਾ ਹੈ, ਲੁੱਟ ਕੇ ਲੈ ਜਾਓ ਉੱਥੋਂ। ਸੋ ਇੱਕ ਰਸਤਾ ਸੀ ਜਿਹੜਾ ਇੰਪੋਰਟੈਂਟ ਆਉਣ ਦਾ, ਉਹ ਖਾਈਬਰ ਪਾਸ ਦੀ ਤਰਫੋਂ ਸੀ, ਤੋਂ ਖਾਈਬਰ ਦੀ ਤਰਫੋਂ ਆਉਂਦੇ ਸਨ ਸਾਰੇ। ਪਹਿਲੇ ਉਹਨਾਂ ਨੇ ਹੈਰਾਤ ਪਹੁੰਚਣਾ, ਹੈਰਾਤ ਤੋਂ ਬਾਅਦ ਕਾਬੁਲ, ਕਾਬੁਲ ਤੋਂ ਜਲਾਲਾਬਾਦ, ਤੇ ਜਲਾਲਾਬਾਦ ਤੋਂ ਬਾਅਦ ਉਹਨਾਂ ਪਹਾੜੀ ਰਸਤਿਆਂ ਵਿੱਚੋਂ ਉਸ ਖਾਈਬਰ ਨੂੰ ਕ੍ਰਾਸ ਕਰਕੇ ਜਮਰੋਦ ਦੇ ਕਿਲੇ ਵਿੱਚੋਂ ਹੁੰਦੇ ਹੋਏ ਪੇਸ਼ਾਵਰ ਦੀ ਧਰਤੀ ਤੇ ਪਹੁੰਚਣਾ, ਤੇ ਪੇਸ਼ਾਵਰ ਤੋਂ ਫਿਰ ਜਵਾਨਾ ਈਸਟ ਦੀ ਤਰਫ ਦਰਿਆਏ ਸਿੰਧ, ਰਿਵਰ ਇੰਡਸ ਨੂੰ ਕ੍ਰਾਸ ਕਰਕੇ ਅਟਕ ਪਹੁੰਚ ਜਾਣਾ। ਅਟਕ ਪਹੁੰਚਦਿਆਂ ਹੀ ਪੰਜਾਬ ਦੀ ਧਰਤੀ ਦੇ ਉੱਤੇ ਮਿਲ ਜਾਣਾ। ਉੱਥੋਂ ਫਿਰ ਅੱਗੇ ਹਸਨ ਅਬਦਾਲ ਹੁੰਦਿਆਂ ਹੋਇਆਂ, ਰਾਵਲਪਿੰਡੀ ਹੁੰਦਿਆਂ ਹੋਇਆਂ ਸਦਰਲੀ ਜਰਨੀ ਲੈਣੀ, ਜਿਹੜੀ ਗੁਜਰਾਤ, ਗੁਜਰ ਖਾਨ, ਗੁਜਰਾਂਵਾਲਾ ਹੁੰਦਿਆਂ ਹੋਇਆਂ ਲਾਹੌਰ ਪਹੁੰਚਣਾ। ਇਹ ਜਨਰਲ ਰੂਟ ਸੀ ਜਿਹੜਾ ਸਾਰੇ ਹਮਲਾਵਰ ਲੈਂਦੇ ਸਨ ਉਸ ਵੇਲੇ ਦੇ। ਤੇ ਇਹ ਹਮਲਾਵਰ ਜਿਹੜੇ ਹਨ ਈਸਟ ਤੋਂ ਵੈਸਟ ਤੋਂ ਆਣੇ ਸ਼ੁਰੂ ਹੋਏ। ਇੰਡੀਆ ਦੀ ਹਾਲਤ ਬਦਲਣੀ ਸ਼ੁਰੂ ਹੋ ਗਈ ਬਹੁਤ, ਲੇਕਿਨ ਪੰਜਾਬ ਦੀ ਹਾਲਤ ਬਹੁਤ ਬਦਲ ਗਈ। ਪੰਜਾਬ ਵਿੱਚ ਮੁਸਲਮਾਨਾਂ ਦਾ ਬੋਲਬਾਲਾ ਹੋ ਗਿਆ। ਫਰੰਟੀਅਰ ਸਟੇਟ ਸੀ ਪੰਜਾਬ, ਇੱਥੇ ਕਾਇਮ ਕੀਤਾ ਉਹਨਾਂ ਨੇ ਰਾਜ ਆਪਣਾ ਪਹਿਲੇ। ਤੇ ਫਰੰਟੀਅਰ ਸਟੇਟ ਹੋਣ ਦੇ ਕਾਰਨ ਹਿੰਦੂਇਜ਼ਮ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਗਿਰਨੀ ਸ਼ੁਰੂ ਹੋ ਗਈ। ਮੁਸਲਮਾਨਾਂ ਦੀ ਪਾਪੂਲੇਸ਼ਨ, ਇਸਲਾਮਿਕ ਪਾਪੂਲੇਸ਼ਨ ਰਾਈਜ਼ ਤੇ ਆਣੀ ਸ਼ੁਰੂ ਹੋ ਗਈ।
as you can see from the history of Punjab, ਤੁਸੀਂ ਪੰਜਾਬ ਦੀ ਹਿਸਟਰੀ ਦੇਖਣੀ ਕਰਦੇ ਹੋ ਤੇ ਸਭ ਤੋਂ ਜ਼ਿਆਦਾ ਜਿਹੜੀ ਇਸਲਾਮਿਕ ਪਾਪੂਲੇਸ਼ਨ ਜਿਹੜੀ ਹੈ ਉਸ ਵੇਲੇ ਇਸ ਫਰੰਟੀਅਰ ਸਟੇਟ ਵਿੱਚ ਸੀ, which is the answer is very obvious ਕਿਉਂ ਸੀ, ਕਿਉਂਕਿ ਪਹਿਲੀ ਜਗ੍ਹਾ ਇੱਥੇ ਹੀ ਪੜਾਵ ਸੀ ਉਹਨਾਂ ਦਾ। ਅਨਫੋਰਚੂਨੇਟਲੀ ਬੜੀਆਂ ਡਾਇਨੈਸਟੀਜ਼ ਆਈਆਂ, ਪਹਿਲੇ ਤੇ ਮੀਰ ਕਾਸਿਮ ਹੋਰੀ ਆਏ, ਉਹ ਸਾਰੀਆਂ ਗਜ਼ਨੀ ਆਇਆ, ਸਾਰੇ ਆਏ, ਡਾਇਨੈਸਟੀਆਂ ਆਈਆਂ, दिल्ली सुल्तानेट बनी, खिलजी आए, फिर तुगलक आए, फिर लोधी आए, लोधिया ने राज किया है। बड़ियां ये जर्नियां जड़ियां हैं नाल नाल चलदियां रहियां। राज इन्हां दा बहुत खुशहाल नहीं सी, क्योंकि अनफॉर्चुनेटली गैर मुस्लिम नो बहुत अच्छी तरह ट्रीट ना किया इन्होंने, चंगी तरह बड़े तसीहे देने शुरू कर देते। आम ਜਿਹੜੇ ਸ਼ਹਿਰੀ ਦੇ ਰਾਈਟ ਹੁੰਦੇ ਹਨ ਉਹ ਰਾਈਟ ਲੈਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ। ਆਮ ਸ਼ਹਿਰੀ ਜਿਹੜਾ ਹੈ ਨਾਨ ਮੁਸਲਿਮ ਨੂੰ ਆਪਣੇ ਮੰਦਰਾਂ ਵਿੱਚ ਜਾਣੇ ਦੀ ਇਜਾਜ਼ਤ ਕਈ ਵਾਰੀ ਨਾ ਮਿਲਦੀ, ਆਪਣੇ ਤੀਰਥ ਸਥਾਨਾਂ ਤੇ ਜਾਣ ਦੀ ਇਜਾਜ਼ਤ ਨਾ ਮਿਲਦੀ, ਘੋੜਿਆਂ ਤੇ ਬੈਠਣ ਦੀ ਇਜਾਜ਼ਤ ਨਾ ਮਿਲਦੀ, ਆਪਣੇ ਬੱਚਿਆਂ ਨੂੰ ਚੰਗੇ ਸਕੂਲ ਭੇਜਣ ਦੀ ਇਜਾਜ਼ਤ ਨਾ ਮਿਲਦੀ। ਤੇ ਕਿਉਂਕਿ ਦਬਦਬੇ ਵਿੱਚ ਸਨ, ਸਾਰਾ ਦਬਦਬੇ ਦਾ ਇਲਾਕਾ ਸੀ, ਦਬਦਬੇ ਵਿੱਚ ਆ ਕੇ ਕਿਧਰੇ ਆ ਕੇ ਇਬਰਾਹਿਮ ਲੋਧੀ ਦੇ ਟਾਈਮ ਥੋੜਾ ਟਾਈਮ ਬੈਟਰ ਸੀ ਗੁਰੂ ਨਾਨਕ ਮਹਾਰਾਜ ਦੇ ਜਦੋਂ ਆਗਮਨ ਹੋਇਆ ਤੇ, लेकिन विचकार तुगलकां दे टाइम, कई होरां दे टाइम ਜਿਹੜੇ ਸਨ ਉਹ ਟਾਈਮ ਖਰਾਬ ਸਨ। as if this was not enough, the Delhi Sultanate ਦੇ ਜ਼ੁਲਮ, God sent the Mughals this way, तो ਬਾਬਰ ਸਮਰਕੰਦ ਹਾਰ ਗਿਆ, ਉੱਥੋਂ ਹਾਰਿਆ ਹੋਇਆ ਬੰਦਾ ਬਾਬਰ ਫਿਰ ਜਦੋਂ ਚਲਿਆ ਤੇ ਹਿੰਦੁਸਤਾਨ ਨੂੰ ਕਬਜ਼ਾ ਕਰਨ ਵਾਸਤੇ, ਕਿਉਂਕਿ ਪਤਾ ਲੱਗਿਆ ਇਸ ਧਰਤੀ ਤੇ ਬੜਾ ਕੁਝ ਹੈ ਮਿਲਣ ਵਾਲਾ, ਤੇ ਉਹ ਫਿਰ 1526 ਦੀ ਫਰਸਟ ਬੈਟਲ ਆਫ ਪਾਨੀਪਤ ਤੋਂ ਬਾਅਦ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੁਗਲ ਰਾਜ ਇੰਡੀਆ 'ਚ ਕਾਇਮ ਹੋ ਗਿਆ ਸਾਰਾ। ਹੁੰਦਿਆਂ ਕਰਦਿਆਂ ਹਿਮਾਯੂ ਦੇ ਟਾਈਮ ਹਾਰ ਗਿਆ ਸ਼ੇਰ ਸ਼ਾਹ ਸੂਰੀ ਕੋਲ, ਪਰ ਫਿਰ ਰਾਜ ਕਾਇਮ ਹੋ ਗਿਆ। ਉਸ ਤੋਂ ਬਾਅਦ ਅਕਬਰ ਦੇ ਟਾਈਮ ਜਿਹੜਾ ਹੈ, ਅਕਬਰ ਬੀਇੰਗ ਅ ਮੋਰ ਮੈਲੋ ਐਂਪਰਰ, ਬੈਟਰ ਰਿਲੇਸ਼ਨਸ਼ਿਪ ਰੱਖੇ ਉਹਨੇ। ਅਕਬਰ ਤੋਂ ਬਾਅਦ ਜਹਾਂਗੀਰ ਦੇ ਆਉਣ ਤੱਕ ਫਿਰ ਦੁਬਾਰਾ ਉਹੀ ਰਾਜ ਸ਼ੁਰੂ ਹੋ ਗਿਆ ਜੋ ਪਹਿਲੇ ਸੀ, ਤੇ ਜਹਾਂਗੀਰ ਤੋਂ ਬਾਅਦ ਸ਼ਾਹਜਹਾਨ ਤੇ ਔਰੰਗਜ਼ੇਬ ਤੱਕ ਆਂਦਿਆਂ ਇਹ ਹਾਲਤ ਹੋ ਗਈ ਹਿੰਦੁਸਤਾਨ ਦੀ ਕਿ ਅਗਰ ਤੁਸੀਂ ਇਸਲਾਮ ਕਬੂਲ ਵਾਲੇ ਨਹੀਂ ਹੋ ਅਗਰ, ਤੇ ਤੁਹਾਡੀ ਹਾਲਤ ਬਹੁਤ ਬੁਰੀ ਸੀ ਇੰਡੀਆ 'ਚ ਰਹਿਣ ਵਾਲਿਆਂ 'ਚ। ਮੰਦਰ ਢਾਏ ਗਏ, ਹਰ ਜਗ੍ਹਾ ਢਾਏ ਗਏ, ਕਾਸ਼ੀ ਵਿੱਚ ਵੀ ਢਾਏ ਗਏ। ਪ੍ਰੂਫ ਹੈ, ਜੋ ਮਰਜ਼ੀ ਪਏ ਕਹਿਣ, ਇਹ ਜੋ ਮਰਜ਼ੀ ਪਏ ਕਹਿਣ ਕੁਛ ਨਹੀਂ ਕੀਤਾ ਅਸੀਂ ਜਾਂ ਕੁਛ ਨਹੀਂ ਕੀਤਾ, ਜੋ ਗੱਲ ਸੱਚੀ ਹੈ। ਕਾਸ਼ੀ ਵਿੱਚ ਬੜੇ ਮੰਦਰ ਢਾਏ ਗਏ, ਗੁਜਰਾਤ ਵਿੱਚ ਬੜੇ ਮੰਦਰ ਢਾਏ ਗਏ, ਦਵਾਰਕਾ ਵਿੱਚ ਢਾਏ ਗਏ, ਦਿੱਲੀ ਵਿੱਚ ਢਾਏ ਗਏ, ਮਥੁਰਾ ਵਿੱਚ, ਬ੍ਰਿੰਦਾਬਨ ਦੇ ਇਲਾਕੇ ਵਿੱਚ ਬੜੇ ਮੰਦਰਾਂ ਨੂੰ ਗਿਰਾਇਆ ਗਿਆ। ਬੜੇ ਬੇਸਿਕ ਰਾਈਟ ਜਿਹੜੇ ਹਨ ਲੈ ਲਿੱਤੇ ਗਏ ਤੁਹਾਡੇ। ਕਿਸੇ ਗੈਰ ਮੁਸਲਿਮ ਨੂੰ, ਕਿਸੇ ਸਿੱਖ ਨੂੰ ਘੋੜੇ ਦੀ ਚੜ੍ਹਨ ਦੀ ਇਜਾਜ਼ਤ, ਪਗੜੀ ਬੰਨਣ ਦੀ ਇਜਾਜ਼ਤ, ਹੁਣ ਤੇ ਅਸੀਂ ਦਸਤਾਰਾਂ ਆਪ ਹੀ ਲਾ ਦਿੱਤੀਆਂ। ਹੁਣ ਇਹ ਹਾਲਤ ਹੈ ਕਿ ਹੁਣ ਅਸੀਂ ਖਫਰ ਮਹਿਸੂਸ ਕਰਦੇ ਹਾਂ ਦਸਤਾਰ ਨਾ ਸਜਾਈ ਹੋਏ ਤੇ ਕਿਸੇ ਨੇ। ਉਸ ਵੇਲੇ ਦਸਤਾਰ ਸਜਾਣੀ ਇੱਕ ਆਨਰ ਸੀ ਬੜਾ ਵੱਡਾ, ਹਾਂਜੀ, ਸਿਰ ਤੇ ਦਸਤਾਰ ਰੱਖਣੀ ਇੱਕ ਬੜਾ ਵੱਡਾ ਆਨਰ ਸੀ। ਤੇ ਉਹ ਖੋਹ ਲਿੱਤੀ ਗਈ ਸਾਡੇ ਕੋਲੋਂ। ਸਾਡੇ ਧਰਮ ਸਥਾਨਾਂ ਦੇ ਉੱਤੇ ਜਜ਼ੀਆ ਲਗਾ ਦਿੱਤੇ ਗਏ, ਜਜ਼ੀਆ ਟੈਕਸ ਲਗਾ ਦਿੱਤਾ ਗਿਆ। ਹਿਸਟਰੀ ਬੜੀ ਕਰੂਅਲ ਹੈ ਉਸ ਟਾਈਮ ਦੀ। ਤੇ ਇਹ ਜਿਹੜੀ ਰਿਲੇਸ਼ਨਸ਼ਿਪ, ਆਮ ਸੌਰੀ, ਕੁਝ somebody wants to say something? Surinder ji, I just want to add, ਤੁਸੀਂ ਇਹ ਜੋ ਟੌਪਿਕ ਡਿਸਕਸ ਕਰ ਰਹੇ ਹੋਣੇ about all these ਮੰਦਿਰ ਜੋ ਡਿਸਟਰੋਏ ਕੀਤੇ different Islamic kings ਨੇ ਆ ਕੇ। I do not know how many people know about Delhi. ਕੁਤਬ ਮੀਨਾਰ ਦੇ ਕੋਲ ਇੱਕ ਮਸਜਿਦ ਹੈ ਜਿਹਦਾ ਨਾਮ ਹੈਗਾ ਕੋਤਲ ਇਸਲਾਮ। ਕੁਤਬ ਮੀਨਾਰ ਦੇ ਅੰਦਰ ਹੈ ਉਹ। ਜਿੰਨੇ ਵੀ ਮੰਦਿਰ ਇਹ ਲੋਕ ਢਾਏ ਨੇ, ਖਿਲਜੀ ਨੇ, ਉਸ ਤੋਂ ਪਹਿਲੇ ਉਹ ਜਿਨ੍ਹਾਂ ਨੇ, ਉਹ ਸਾਰਿਆਂ ਦੀ ਨਾ, ਜਿਸ ਤਰ੍ਹਾਂ ਮੰਦਿਰ ਦੇ ਅੰਦਰ ਉਹ ਕੀ ਨਾ ਹੈਗਾ, ਉਹ ਕੀ ਆਪਣਾ ਗਣੇਸ਼ ਦਾ ਉਹ ਮੂੰਹ ਹੈਗਾ ਜਿਸ ਤਰ੍ਹਾਂ ਹਾਥੀ ਵਾਲਾ, ਹੋਰ ਜਿਹੜੇ ਇਹੋ ਜਿਹੇ ਚੀਜ਼ਾਂ ਉਹਨਾਂ ਨੇ ਉਹ ਚੀਜ਼ਾਂ ਤੋੜ ਕੇ ਉਹ ਜੋੜ ਕੇ ਨਾ ਉਹੀ ਚੀਜ਼ਾਂ ਬਿਲਕੁਲ ਦੀਆਂ ਸੂੰਡ ਵਗੈਰਾ ਜੋੜ ਕੇ ਇਸਲਾਮਿਕ ਮੌਸਕ ਬਣੀ ਹੋਈ ਹੈ ਅੰਦਰ। ਅਗਰ ਕਦੀ ਵੀ ਚਾਂਸ ਲੱਗੇ, go to Qutub Minar and ask, ਉੱਥੇ ਹੈਗੀ ਉਹਦਾ ਨਾਂ ਹੀ ਰੱਖਿਆ ਕੋਤਲ ਇਸਲਾਮ, which means might of Islam. You're talking about ਕਿ ਮੰਦਿਰਾਂ ਦੀ ਗੱਲ ਕਰ ਰਹੇ ਹੋ, ਤਾਂ I just wanted to bring it out. So ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਟਾਈਮ
ਤੋਂ ਲੈ ਕੇ ਗੁਰੂ ਅਮਰਦਾਸ ਪਾਤਸ਼ਾਹੀ ਦੇ ਟਾਈਮ ਤੱਕ ਮੁਗਲ ਸਲਤਨਤ ਨਾਲ ਸਾਡੇ ਰਿਲੇਸ਼ਨਸ਼ਿਪ ਕੋਈ ਖਰਾਬ ਨਹੀਂ ਹੋਏ। ਅਕਬਰ ਮਿਲਣ ਆਇਆ ਗੋਇੰਦਵਾਲ ਗੁਰੂ ਅਮਰਦਾਸ ਪਾਤਸ਼ਾਹੀ ਨੂੰ। ਗੁਰੂ ਰਾਮਦਾਸ ਪਾਤਸ਼ਾਹੀ ਦੇ ਟਾਈਮ ਤੋਂ ਬਾਅਦ ਜਹਾਂਗੀਰ ਦੇ ਆਉਣ ਤੋਂ ਬਾਅਦ ਹਾਲਾਤ ਵਿਗੜ ਗਏ। ਐਜ਼ ਵੀ ਨੋ ਵਾਟ ਹੈਪਨਡ ਵਿਦ ਗੁਰੂ ਅੰਗਦ ਮਹਾਰਾਜ ਦੀ ਸ਼ਹੀਦੀ ਜਿਹੜੀ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਨੇ ਫੈਸਲਾ ਕੀਤਾ ਕਿ ਕਿਸ ਤਰ੍ਹਾਂ ਦਬ ਕੇ ਰਹਿ ਸਕਦੇ ਹਾਂ ਅਸੀਂ, ਕਦੋਂ ਤੱਕ ਅਸੀਂ ਇਹੋ ਜਿਹੀ ਜ਼ਿੰਦਗੀ ਜਿਹੜੀ ਹੈ ਕਾਇਰਾਂ ਵਰਗੀ ਜ਼ਿੰਦਗੀ ਜੀ ਸਕਦੇ ਹਾਂ ਅਸੀਂ, ਕਦੋਂ ਤੱਕ ਇਸ ਤਰ੍ਹਾਂ ਦੀ ਕਦੋਂ ਤੱਕ ਜੀਣਾ ਹੈ ਠੀਕ ਹੈ ਸਾਡਾ। ਉਹਨਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਤੇ ਕਹਿਣ ਲੱਗੇ ਅਸੀਂ ਸੰਤ ਸਿਪਾਹੀ ਬਣ ਕੇ ਦਿਖਾਵਾਂਗੇ। 2 ਸ਼ਮਸ਼ੀਰਾਂ ਰੱਖੀਆਂ ਰਾਈਟ ਤੇ ਲੈਫਟ ਵਿੱਚ ਦੋਨਾਂ ਦੀ। ਸੱਜੇ ਹੱਥ ਵਾਲੀ ਪੀਰੀ ਦੀ ਸੀ ਤੇ ਲੈਫਟ ਵਾਲੀ ਜਿਹੜੀ ਹੈ ਉਹ ਮੀਰੀ ਦੀ ਸੀ। ਪੀਰੀ ਨੂੰ ਉੱਚਾ ਸਥਾਨ ਦਿੱਤਾ ਗਿਆ। ਅਕਾਲ ਤਖਤ ਦੀ ਸਿਰਜਣਾ ਕੀਤੀ ਗਈ ਹਰਿਮੰਦਰ ਸਾਹਿਬ ਦੇ ਸਾਹਮਣੇ, ਇਹ ਦਿਖਾਉਣ ਵਾਸਤੇ ਕਿ ਮੀਰੀ ਪੀਰੀ ਜਿਹੜੇ ਹਨ ਉਹ ਅੰਦਰ ਪੀਰੀ ਹੈ ਤੇ ਬਾਹਰ ਮੀਰੀ ਹੈ। ਦੋਨੋਂ ਚੀਜ਼ਾਂ ਨਾਲ ਚੱਲਣਗੀਆਂ ਕਿਉਂਕਿ ਅਸੀਂ ਅਣਖ ਨਾਲ ਜੀਣਾ ਹੈ। ਇੱਥੇ ਲਿਮਿਟਡ ਸਟਰਗਲ ਹੋਈਆਂ ਮੁਗਲ ਗਵਰਨਮੈਂਟ ਨਾਲ ਕੋਈ, ਲੇਕਿਨ ਨੋਟਿਸੇਬਲ ਸਟਰਗਲ ਨਹੀਂ ਸਨ, ਛੋਟੀਆਂ ਸਟਰਗਲ ਸਨ ਬਣੀਆਂ। ਅੰਮ੍ਰਿਤਸਰ ਡਿਸਟ੍ਰਿਕਟ ਦੇ ਆਸ-ਪਾਸ, ਕਪੂਰਥਲਾ ਦੇ ਆਸ-ਪਾਸ, ਕਰਤਾਰਪੁਰ ਦੇ ਆਸ-ਪਾਸ, ਜਲੰਧਰ ਦੇ ਆਸ-ਪਾਸ ਛੋਟੀਆਂ ਮੋਟੀਆਂ ਭਿੜਕਾਂ ਲੜਾਈਆਂ ਹੋਈਆਂ। ਉਹ ਬਹੁਤ ਵੱਡੀਆਂ ਵਾਰਸ ਨਹੀਂ ਹੋਈਆਂ ਜੋ ਅੱਗੇ ਜਾ ਕੇ ਹੋਈਆਂ, ਕਿਉਂਕਿ ਉਹ ਥ੍ਰੈਟਨ ਨਹੀਂ ਸਨ ਉਹਨਾਂ ਤੋਂ ਬਹੁਤ ਜ਼ਿਆਦਾ। ਪਰ ਉਹਨਾਂ ਨੇ ਬੋਏ ਹਰਗੋਬਿੰਦ ਮਹਾਰਾਜ ਨੇ। ਫਿਰ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਟਾਈਮ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਵੱਧ ਚੜ ਕੇ ਹਿੱਸਾ ਲਿੱਤਾ ਇਹਨਾਂ ਜੰਗਾਂ ਵਿੱਚ। ਤੇ ਫਿਰ ਆਗਮਨ ਹੁੰਦਾ ਹੈ ਸਾਹਿਬੇ ਕਮਾਲ ਦਾ, ਫਿਰ ਆਗਮਨ ਹੁੰਦਾ ਹੈ ਉਸ ਮਰਗ ਅਦਬੜੇ ਦਾ। ਪਟਨਾ ਜਨਮ ਹੁੰਦਾ ਉਹਨਾਂ ਦਾ ਤੇ ਆਏ ਇਸੀ ਵਾਸਤੇ ਸਨ ਕਿ ਇਸ ਕੌਮ ਨੂੰ ਨਵੀਂ ਜਾਨ ਫੂਕਣ ਵਾਸਤੇ। ਤੇ ਹਿੰਦੁਸਤਾਨ ਵਿੱਚ ਇਹ ਜੋ ਮਰਜ਼ੀ ਪਏ ਕਹਿਣ ਸਿੱਖਾਂ ਨੂੰ, ਅੱਜ ਜੋ ਮਰਜ਼ੀ ਪਏ ਕਹਿਣ ਗਦਾਰ ਆ ਜਾਂ ਨਹੀਂ ਆ, ਅਸੀਂ ਉਹਨਾਂ ਤੋਂ ਵੱਡਾ ਕੋਈ ਵੱਡਾ ਦੇਸ਼ ਭਗਤ ਨਹੀਂ ਹੈ। ਕੋਈ ਦਸਮ ਪਿਤਾ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋਇਆ। ਉਹਨਾਂ ਨੇ 4 ਪੁੱਤਰ ਹੀ ਨਹੀਂ ਵਾਰੇ ਆਪਣੇ। ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਹਿੰਦੂਆਂ ਨੂੰ ਵੀ ਇਨਕਰੇਜ ਕੀਤਾ ਇਸ ਧਰਮ ਯੁੱਧ ਵਿੱਚ ਸ਼ਾਮਲ ਹੋਣ ਵਾਸਤੇ। ਉਹਨਾਂ ਨੂੰ ਆਪਣੀਆਂ ਪੁਰਾਤਨ ਉਹਨਾਂ ਨੂੰ ਯਾਦ ਕਰਵਾਇਆ, ਉਹਨਾਂ ਨੂੰ ਵੀ ਤੁਸੀਂ ਕਿਹੜੀ ਪਿਛੋਕੜ ਹੈ, ਤੁਹਾਡਾ ਕਿਹੜਾ ਪਿਛੋਕੜ ਹੈ, ਤੁਹਾਡੇ ਮਾਪਿਓ ਕੌਣ ਸਨ, ਤੁਹਾਡੇ ਦਾਦਾ ਕੌਣ ਸਨ, ਤੁਹਾਡੀ ਦਾਦੀ ਕੌਣ ਸੀ। ਤੇ ਬਚਪਨ ਵਿੱਚ ਜਦੋਂ ਉਹਨਾਂ ਦੇ ਜਨਮ ਤੋਂ ਪਹਿਲੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਸੀ ਕਿ ਆਮ ਬੰਦੇ ਦਾ ਜਨਮ ਨਹੀਂ ਹੋਣਾ। ਇਹ ਗੱਲ ਯਾਦ ਰਹੇ ਕਿ ਉਹਨਾਂ ਦੇ ਸ਼ਾਦੀ ਤੋਂ ਬਾਅਦ, ਉਹਨਾਂ ਦੇ ਵਿਆਹ ਤੋਂ ਬਾਅਦ ਬੜੇ ਸਾਲਾਂ ਬਾਅਦ, ਆਲਮੋਸਟ 25 I don't know exactly ਕਿੰਨੇ ਸਾਲਾਂ ਬਾਅਦ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਵਿਆਹ ਤੋਂ ਬਾਅਦ ਬੜੀ ਕੜੀ ਮਿਹਨਤ ਔਰ ਬੜੀ ਕੜੀ ਤਪੱਸਿਆ ਤੋਂ ਬਾਅਦ ਇਤਨੇ ਵੱਡੇ ਮਰਦ ਗੰਬੜੇ ਦਾ ਜਨਮ ਮਾਤਾ ਗੁਜਰੀ ਜੀ ਦੇ ਕੁੱਖ ਤੋਂ ਹੋਇਆ। ਤੇ ਬਚਪਨ ਵਿੱਚ ਵੀ ਜਦੋਂ ਗਏ ਨਸਾਮ ਤਾਂ ਹੀ ਕਹਿ ਕੇ ਗਏ ਸਨ ਮਾਤਾ ਜੀ ਨੂੰ ਕਿ ਇਹਨਾਂ ਨੂੰ ਕੁਝ ਨਾ ਕਹਿਓ, ਜੋ ਇਹ ਕਹਿਣ ਇਹਨਾਂ ਨੂੰ ਕਰਦੇ ਜਾਣ। ਇਹ ਆਏ ਹਨ ਕਿਸੇ ਖਾਸ ਕੰਮ ਵਾਸਤੇ, ਇਹ ਜੋ ਕਹਿਣਗੇ ਉਹ ਕਰਨਾ, ਤੁਸੀਂ ਇਹਨਾਂ ਦੇ ਕੰਮ 'ਚ ਵਿਘਨ ਨਾ ਪਾਣਾ, ਜੋ ਕੁਝ ਕਹਿੰਦੇ ਨੇ ਕਰਨ ਇਹ। ਤੇ ਮਾਤਾ ਜੀ ਨੇ ਇੱਕ ਵਾਰੀ ਕਲਗੀਧਰ ਚਮਤਕਾਰ ਜੀ ਚੈਪਟਰ 'ਚ ਲਿਖਿਆ, ਇੱਕ ਵਾਰੀ ਮੈਂ ਕਹਿੰਦੇ ਨੇ ਇੱਕ ਵਾਰੀ ਰਾਤੀ ਰੋਜ਼ ਜਦੋਂ ਖੇਡਦੇ ਸਨ ਆਪਣੇ ਫਰੈਂਡਸ ਨਾਲ ਤੇ ਫੌਜ ਬਣਾ ਕੇ 2 ਫੌਜਾਂ ਬਣਾ ਕੇ ਖੇਡਦੇ ਸਨ, ਵਾਰ ਗੇਮਸ ਉਸ ਵੇਲੇ ਬਚਪਨ ਵਿੱਚ। ਤੇ ਇੱਕ ਵਾਰੀ ਮਾਤਾ ਜੀ ਨੇ ਪੁੱਛ ਲਿੱਤਾ ਕਿ ਤੁਸੀਂ ਇਹ ਰੋਜ਼ ਆਮ ਬੱਚਿਆਂ ਦੀਆਂ ਗੇਮਸ ਕਿਉਂ ਨਹੀਂ ਖੇਡਦੇ? ਤੁਸੀਂ ਆਮ ਬੱਚੇ ਵੀ ਤੇ ਖੇਡਦੇ ਹਨ, ਤੁਸੀਂ ਇਹ ਕਿਹੜੀਆਂ ਗੇਮਾਂ ਖੇਡਦੇ ਹੋ, ਇਹ ਕਿਹੜੀਆਂ? ਤੇ ਕਹਿਣ ਲੱਗੇ ਇਹਨਾਂ ਜ਼ਾਲਮਾਂ ਨਾਲ ਟੱਕਰ ਲੈਣ ਵਾਸਤੇ ਇਹਨਾਂ ਨਾਲ ਇੱਟ ਵਜਾ ਦਿਆਂਗਾ ਮੈਂ ਇਹਨਾਂ ਜ਼ਾਲਮਾਂ ਦੀ। ਉਸ ਵੇਲੇ ਇਹਨਾਂ ਦੀ ਉਮਰ 5 ਸਾਲ ਦੀ ਸੀ। he was 5 years old then। ਇਸ ਵਾਸਤੇ ਆਏ ਸਨ ਇੱਥੇ ਉਹ। ਤੇ ਜੇ ਉਸ ਵੇਲੇ ਕੋਈ ਕਹਿੰਦਾ ਉਹਨਾਂ ਨੂੰ, ਮੈਂ ਗੱਲ ਹੋਰ ਕਲੈਰਿਟੀ ਕਰ ਦਿਆਂ ਕਿ ਉਸ ਵੇਲੇ ਦੀ ਮੁਗਲ ਇੰਪਾਇਰ ਨਾਟ ਓਨਲੀ ਦੀ ਏਸ਼ੀਆ ਦੀ ਸਭ ਤੋਂ ਪਾਵਰਫੁਲ ਇੰਪਾਇਰ ਸੀ। ਮੈਂ ਗੱਲ ਕਹਿ ਦਿਆਂ ਕਿ ਜਿਹੜੇ ਟਰਕਿਸ਼ ਜਿਹੜੇ ਐਮਪਰਰ ਸਨ, ਆਟੋਮਨ ਐਮਪਰਰ ਸਨ, ਆਟੋਮਨ ਇੰਪਾਇਰ ਬੜੀ ਵੱਡੀ ਸੀ ਉਹਨਾਂ ਦਿਨਾਂ ਵਿੱਚ, ਉਹ ਵੀ ਡਰਦੇ ਸਨ ਮੁਗਲ ਐਮਪਰਰ ਕੋਲੋਂ। ਤੇ ਇਸ ਇੰਪਾਇਰ ਦੀਆਂ ਹੱਦਾਂ ਜਿਹੜੀਆਂ ਹਨ ਅੱਜ ਦੀਆਂ ਹੱਦਾਂ ਨਹੀਂ ਹਨ, ਜਿਹੜੀਆਂ ਹੱਦਾਂ ਅੰਮ੍ਰਿਤਸਰ ਦੀਆਂ ਹੱਦਾਂ ਹਨ ਜਾਂ ਜੋ ਪਾਕਿਸਤਾਨ ਦੀਆਂ ਹੱਦਾਂ ਹਨ। ਪਾਕਿਸਤਾਨ ਦੀਆਂ ਹੱਦਾਂ ਜਿਹੜੀਆਂ ਹਨ ਉਹ ਖਾਈਬਰ ਤੱਕ ਹਨ, ਜਿਹੜੀਆਂ ਜਮਰੋਦ ਤੱਕ ਹਨ। ਉਹ ਵੀ ਸਿੱਖ ਰਾਜ ਦੇ ਬਦੌਲਤ, ਪਹਿਲੇ ਉਹ ਹਿੱਸਾ ਸਾਰਾ ਅਫਗਾਨਿਸਤਾਨ ਦਾ ਹਿੱਸਾ ਸੀ। ਲੇਕਿਨ ਮੁਗਲ ਇੰਪਾਇਰ ਦੀਆਂ ਹੱਦਾਂ ਇਹ ਨਹੀਂ ਸਨ। ਮੁਗਲ ਇੰਪਾਇਰ ਵਿੱਚ ਸਾਰਾ ਅਫਗਾਨਿਸਤਾਨ ਸੀ, ਪੂਰਾ ਕੰਧਾਰ, ਜਲਾਲਾਬਾਦ, ਕਾਬੁਲ, ਹਜ਼ਾਰਾ,
बन्नू, कोहाट, हेरात, ईरान ਦਾ ਜਿਹੜਾ ਬਾਰਡਰ ਹੈ ਕਿਰਾਤ ਸਮਰਕੰਦ ਤੱਕ, ਉੱਥੇ ਤੱਕ ਮੁਗਲ ਰਾਜ ਸੀ। ਇਹ ਨਾ ਭੁੱਲਿਓ ਕਦੀ ਕਿ ਖਾਲੀ ਦਿੱਲੀ ਕੈਪੀਟਲ ਸੀ ਉਹਨਾਂ ਦੀ। ਤੇ ਈਸਟ ਵਿੱਚ ਚੱਲੀਏ ਹੁਣ, ਥੋੜਾ ਜਿਹਾ ਈਸਟ ਵੱਲ ਨਜ਼ਰ ਮਾਰੋ ਕਿੱਥੇ ਤੱਕ ਸੀ। ਬਰਮਾ ਦਾ ਵੱਡਾ ਹਿੱਸਾ, ਬੰਗਾਲ ਦਾ ਹਿੱਸਾ, ਉੱਪਰ ਨਾਰਥ ਜਿੰਨਾ ਹੈ ਜੋ ਹਿੱਸਾ ਜਿਹੜਾ ਚਾਈਨਾ ਨਾਲ ਟੱਚ ਕਰਦਾ ਹੈ ਸਾਰਾ, ਇਹ ਸਾਰਾ ਹਿੱਸਾ ਔਰੰਗਜ਼ੇਬ ਦੇ ਰਾਜ ਦੇ ਅੰਦਰ ਸੀ ਸਾਰਾ। ਇਹ ਕੋਈ ਛੋਟੀ ਮੋਟੀ ਇੰਪਾਇਰ ਨਹੀਂ ਸੀ। ਤੇ ਇਸ ਵੱਡੀ ਇੰਪਾਇਰ ਨੂੰ ਇਸ ਮਰਦ ਗੰਬੜੇ ਨੇ ਲਲਕਾਰਿਆ, ਤੇ ਉਮਰ ਵੀ ਬਹੁਤੀ ਨਹੀਂ ਸੀ, ਛੋਟੀ ਉਮਰ ਵਿੱਚ ਲਲਕਾਰਿਆ ਉਹਨਾਂ ਨੇ। ਤੇ ਇਹ ਹਿੰਮਤ ਕਿੱਥੋਂ ਆਈ? ਇਹ ਹਿੰਮਤ ਪ੍ਰਮਾਤਮਾ ਨੇ ਬਖਸ਼ੀ ਉਹਨਾਂ ਨੂੰ। ਤੇ ਅੱਗੇ ਜਾ ਕੇ ਜਦੋਂ ਉਹਨਾਂ ਦਾ ਜਦੋਂ ਸਾਹਿਬ ਕਮਾਲ ਨੇ ਜਦੋਂ ਇਹ ਅੰਦਰੋਂ ਇਨਕਰੇਜ ਹੋਏ ਉਹਨਾਂ ਨੂੰ, ਤੇ ਉਹਨਾਂ ਨੇ ਛੋਟੀ ਉਮਰ 'ਚ ਫੈਸਲਾ ਕਰ ਲਿੱਤਾ ਕਿ ਸਿੱਖ ਸੈਕੰਡ ਜਿਹੜੀ ਸਿਟੀਜ਼ਨਸ਼ਿਪ ਵਾਲਾ ਜਿਹੜਾ ਰੋਲ ਹੈ ਇਹ ਬਰਦਾਸ਼ਤ ਨਹੀਂ ਕਰਨਗੇ ਕਦੀ ਵੀ। ਮਹਾਰਾਜ ਨੇ ਛੋਟੀ ਉਮਰ 'ਚ ਫੈਸਲਾ ਕਰ ਲਿੱਤਾ ਕਿ ਇਹ ਕੌਮ ਜਿਹੜੀ ਹੈ ਇਹ ਬਹਾਦਰ ਕੌਮ ਬਣਾਵਾਂਗਾ, ਔਰ ਇਹੋ ਜਿਹੀ ਕੌਮ ਬਣਾਵਾਂਗਾ ਜਿਹਦੇ ਨਾਲ 1 ਨੂੰ 1.25 ਲੱਖ ਨਾਲ ਲੜਾ ਦਿਆਂਗਾ। ਇਹੋ ਜਿਹੀ ਕੌਮ ਬਣਾਵਾਂਗਾ ਜਿੱਥੇ 10 ਲੱਖ ਵਿੱਚੋਂ 1 ਖੜਾ ਪਛਾਣਿਆ ਜਾਏਗਾ। ਇਹੋ ਜਿਹੀ ਕੌਮ ਬਣਾਵਾਂਗਾ ਜਿਹੜੀ ਸੱਚਾਈ ਦੇ ਰਸਤੇ ਤੇ ਚੱਲ ਕੇ ਖਾਲਸ ਹੋਏਗੀ ਪੂਰੀ, ਪਹਿਲੇ ਪ੍ਰਮਾਤਮਾ ਦੇ ਰਸਤੇ ਤੇ ਚੱਲੇਗੀ ਤੇ ਉਸਦੀ ਭਗਤੀ ਕਰਕੇ ਅੰਦਰੋਂ ਨਿਸ਼ਚਾ ਵੱਡਾ ਕਰੇਗੀ। ਇਸ ਰਸਤੇ ਤੇ ਚਲਦਿਆਂ ਹੋਇਆਂ ਮਹਾਰਾਜ ਨੇ ਛੋਟੀ ਉਮਰ ਤੋਂ ਇਹ ਫੈਸਲਾ ਕੀਤਾ ਕਿ ਇਸ ਕੌਮ ਵਿੱਚ ਇਹੋ ਜਿਹੀ ਜਾਨ ਫੂਕਾਂਗਾ ਜਿਹੜੀ ਇਸ 500 ਸਾਲ ਪੁਰਾਣੀ ਮੁਗਲਿਆ ਸਲਤਨਤ ਨੂੰ, 900 ਸਾਲ ਪੁਰਾਣੇ ਇਸਲਾਮਿਕ ਰੂਲ ਨੂੰ ਬੁਨਿਆਦੀ ਤੌਰ ਤੇ ਹਰਾ ਕੇ ਪਰੇ ਕਰ ਦਿਆਂਗੇ। ਤੇ ਇਹ ਕੋਈ ਵੱਡਾ ਕੋਈ ਛੋਟੇ ਮੋਟੇ ਫੈਸਲੇ ਨਹੀਂ ਸਨ ਖਾਲਸਾ ਜੀ, ਸੰਗਤ ਜੀ। ਆਮ ਬੰਦਾ ਤੇ ਸੋਚ ਵੀ ਨਹੀਂ ਸਕਦਾ ਇਹਨਾਂ ਬਾਰੇ। ਆਮ ਬੰਦਾ ਤੇ ਕਿਸੇ ਗੱਲ ਵਿੱਚ ਇਹ ਗੱਲ ਸੋਚ ਵੀ ਨਹੀਂ ਆ ਸਕਦੀ। ਉਹਨਾਂ ਨੇ ਪਹਿਲੇ ਆਪਣੀ ਲਿਖਤਾਂ ਵਿੱਚ ਉਹਨਾਂ ਹਿੰਦੂ ਰਾਜਿਆਂ ਨੂੰ ਪ੍ਰੇਰਿਆ, ਤੇ ਇਹ ਪ੍ਰੇਰਿਆ ਹਿੰਦੂ ਰਾਜਿਆਂ ਨੂੰ ਇਹ ਪ੍ਰੇਰਿਆ ਇਹ ਕਿ ਤੁਸੀਂ ਆਪਣੀ ਪਿਛੋਕੜ ਦੇਖੋ, ਤੁਸੀਂ ਆਪਣੇ ਵੱਲ ਦੇਖੋ। ਕੌਣ ਸਨ ਰਾਮ, ਕੌਣ ਸਨ ਹਨੂਮਾਨ, ਕੌਣ ਸਨ ਬਾਲੀ, ਕੌਣ ਸੀ ਸੁਗਰੀਵ, ਕੌਣ ਸੀ ਕ੍ਰਿਸ਼ਨ, ਕੌਣ ਸੀ ਤੁਹਾਡਾ ਵਿਸ਼ਾਮਾ ਭੀਮ। ਇਹ ਸਾਰੇ ਕੌਣ ਸਨ? ਇਹ ਸਾਰੇ ਖੱਤਰੀ ਲੜਨ ਵਾਲੇ ਸਨ। ਸਾਰੇ ਕਿੱਥੇ ਆਏ ਨੇ? ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਤਰਜਮਾ ਕੀਤਾ ਤਾਂ ਕਿ ਉਹਨਾਂ ਨੂੰ ਪੜ੍ਹਨ 'ਚ ਆਸਾਨੀ ਹੋਵੇ, ਤਾਂ ਕਿ ਉਹ ਵੀ ਉਤੇਜਿਤ ਹੋਣ ਇਸ ਗੱਲ ਦੇ ਉੱਤੇ। ਫਿਰ ਆਪਣੀਆਂ ਲਿਖਤਾਂ ਦੇ ਉੱਤੇ ਪੁਰਾਤਨ ਜਿਹੜੀਆਂ ਇਸ ਦੇਸ਼ ਦੀਆਂ ਪੁਰਾਤਨ ਸ਼ਕਤੀਆਂ ਦੇ ਲੈ ਕੇ, ਉਹਨਾਂ ਸ਼ਕਤੀਆਂ ਦੇ ਉੱਤੇ ਲੈ ਕੇ ਉਹਨਾਂ ਨੇ ਪੂਰੇ ਜਗਤ ਨੂੰ, ਪੂਰੇ ਹਿੰਦੂ ਜਗਤ ਨੂੰ ਇਸ ਇਸਲਾਮਿਕ ਜਿਹੜੀ ਮੁਗਲ ਇੰਪਾਇਰ ਜਿਹੜੀ ਦੂਸਰਿਆਂ ਦੇ ਰਾਜ ਦੇ ਉੱਤੇ ਜਿਹੜੀ ਆਪਣਾ ਕਾਇਮ ਕਰਨਾ ਚਾਹੁੰਦੀ ਸੀ, ਜਿਹੜੇ ਕਲਾਸ ਸਿਟੀਜ਼ਨ ਜਿਹੜਾ ਬਣਾਉਣਾ ਚਾਹੁੰਦੀ ਸੀ ਔਰੰਗਜ਼ੇਬ, ਜਿਹੜਾ ਸਾਰਿਆਂ ਨੂੰ ਬਣਾਉਣਾ ਚਾਹੁੰਦਾ ਸੀ, ਉਹਨਾਂ ਨੂੰ ਇਸ ਪਾਸੇ ਇਨਕਰੇਜ ਕੀਤਾ ਕਿ ਤੁਸੀਂ ਕਦੋਂ ਤੱਕ ਇਸ ਤਰ੍ਹਾਂ ਜੀਂਦੇ ਰਹੋਗੇ, ਕਦੋਂ ਤੱਕ ਇਸ ਕਾਇਰਤਾ ਦੇ ਜੀਵਨ ਤੁਸੀਂ ਜੀਂਦੇ ਰਹੋਗੇ। ਮਰ ਜਾਣਾ ਬੈਟਰ ਹੈ ਇਸ ਕਾਇਰਤਾ ਦੇ ਜੀਵਨ ਨਾਲੋਂ। ਸੋ ਇਹ ਤਿਆਰੀ ਉਹਨਾਂ ਨੇ ਬੜੀ ਦੇਰ ਤੋਂ ਸ਼ੁਰੂ ਕੀਤੀ ਹੋਈ ਸੀ। ਤੇ ਫਿਰ ਜਿਹਦੇ ਵਿੱਚ ਪ੍ਰਮਾਤਮਾ ਜਿਸ ਪ੍ਰਮਾਤਮਾ ਨੇ ਆਪ ਜਦੋਂ ਮਿਲਣਾ ਚਾਹੇ ਉਸਦੇ ਵਿੱਚ, ਜਦੋਂ ਆਪ ਉਹ ਕੰਮ ਕਿਸੇ ਤੋਂ ਕਰਾਉਣਾ ਚਾਹੇ, ਜਦੋਂ ਆਪ ਕਿਸੇ ਨੂੰ ਭੇਜਿਆ ਹੋਵੇ ਇਸੇ ਉੱਤੇ, ਤੇ ਵਿਚਿਤ੍ਰ ਨਾਟਕ ਵਿੱਚ ਇਸ ਗੱਲ ਦੀ ਕਲੈਰਿਟੀ ਹੈ ਕਿ ਉਹਨਾਂ ਨੂੰ ਇਸ ਪਰਪਸ ਵਾਸਤੇ ਭੇਜਿਆ ਗਿਆ। ਇੱਥੇ ਤੱਕ ਆਇਆ ਹੈ, ਚਿਤਨਾ ਭਇਓ ਹਮਰੇ ਆਵਨ ਕੋ, ਮੇਰਾ ਮਨ ਨਹੀਂ ਕਰਦਾ ਸੀ ਇੱਥੇ ਆਵਣ ਤੋਂ, ਮੈਨੂੰ ਭੇਜਿਆ ਗਿਆ ਧਰਮ ਹੇਤ ਗੁਰਦੇਵ ਪਠਾਇਓ। ਧਰਮ ਦੇ ਹੇਤ ਵਿੱਚ, ਧਰਮ ਦੀ ਰੱਖਿਆ ਕਰਨ ਵਾਸਤੇ, ਇਸ ਧਰਮ ਦੀ ਰੱਖਿਆ ਕਰਨ ਵਾਸਤੇ ਉਹਨਾਂ ਨੇ ਧਰਮ ਦੀ ਰੱਖਿਆ ਸਿਰਫ ਸਿੱਖਾਂ ਵਾਸਤੇ ਨਹੀਂ ਕੀਤੀ, ਉਹਨਾਂ ਨੇ ਧਰਮ ਦੀ ਰੱਖਿਆ ਪੂਰੇ ਹਿੰਦੁਸਤਾਨ ਵਾਸਤੇ ਕੀਤੀ ਹੈ। ਇਹ ਜੋ ਚਾਹੇ ਮਰਜ਼ੀ ਕਹਿਣ ਪਏ, ਇਹ ਮੰਨਣ ਨਾ ਮੰਨਣ ਇਸ ਗੱਲ ਨੂੰ, ਇਹ ਚਾਹੇ ਜਿਸ ਗੱਲ ਤੋਂ ਮਰਜ਼ੀ ਮਨੁਰਕਰ ਹੋਣ। ਜੇ ਅੱਜ ਉਹ ਆਪ ਨਾ ਹੁੰਦੇ ਉੱਥੇ, ਜੇ ਖਾਲਸਾ ਰਾਜ ਦੀ ਸਥਾਪਨਾ ਨਾ ਹੁੰਦੀ, ਤੇ ਅੱਜ ਦੇ ਇੰਡੀਆ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਇਹ ਉਹਨਾਂ ਦੀਆਂ ਕੁਰਬਾਨੀਆਂ ਹਨ, ਉਹਨਾਂ ਦੀ ਦੂਰ ਅੰਦੇਸ਼ੀਆਂ ਹਨ, ਇਹ ਉਹਨਾਂ ਦੀ ਕਾਰਨਾਮੇ ਹਨ ਜੋ ਇੰਡੀਆ ਦਾ ਨਕਸ਼ਾ ਜੋ ਤੁਸੀਂ ਦੇਖ ਰਹੇ ਹੋ ਅੱਜ। ਇਹ ਅੱਜ ਸਾਨੂੰ ਜੋ ਮਰਜ਼ੀ ਪਏ ਕਹਿਣ, ਅੱਜ ਜੋ ਸਾਡੇ ਉੱਤੇ ਲਾਂਤਾਂ ਜੋ ਮਰਜ਼ੀ ਪਏ ਪਾਣ ਹੈ, ਪਰ ਇਹ ਜਾਣਦੇ ਨਹੀਂ ਹਨ ਇਸ ਕੌਮ ਦੀਆਂ ਕੁਰਬਾਨੀਆਂ ਨੂੰ, ਜੋ ਇਹ ਹਿੰਦੁਸਤਾਨ ਵਾਸਤੇ ਜੋ ਇਹਨਾਂ ਨੇ ਕੀਤਾ ਹੈ। ਜਿਨ੍ਹਾਂ ਨੇ ਇਹ 1699 ਦੀ ਵਿਸਾਖੀ ਦੀ ਤਿਆਰੀ ਉਹਨਾਂ ਦੇ ਬਚਪਨ ਤੋਂ ਸੀ, ਜਨਮ ਹੀ ਲਿੱਤਾ ਸੀ ਇਹ ਚੀਜ਼ ਕਰਨ ਵਾਸਤੇ। ਉਹ ਆਉਣ ਦਾ ਮਨਸੂਬਾ ਹੀ ਉਹਨਾਂ ਦਾ ਇਹਦਾ ਸੀ, ਤੇ ਉਹਨਾਂ ਨੇ
ਇਹਦੀ ਤਿਆਰੀ ਜਿਹੜੀ ਹੈ ਬਚਪਨ ਤੋਂ ਸ਼ੁਰੂ ਕੀਤੀ ਹੈ ਤੇ ਆਪਣੇ ਗੁਰਸਿੱਖਾਂ ਨੂੰ ਤਿਆਰ ਕੀਤਾ ਹੈ। ਪਹਿਲੇ ਜਿਹੜੀਆਂ ਲੁਧਿਆਣਾ ਦੀ ਬੈਟਲ ਦੇਖ ਲਓ ਜਾਂ ਭੰਗਾਣੀ ਦੀ ਬੈਟਲ ਦੇਖ ਲਓ, ਜਿਹੜੀਆਂ ਪ੍ਰੀ ਖਾਲਸਾ ਬੈਟਲ ਹਨ, ਤੇ ਉਸ ਮਹਾਨ ਦਿਨ ਉੱਤੇ ਜਿਹੜਾ ਤਿਆਰੀ ਕੀਤੀ ਉਹਨਾਂ ਨੇ ਅੰਦਰ, ਉਸ ਮਹਾਨ ਦਿਨ ਦੀ ਤਿਆਰੀ ਵਿੱਚ ਹਰ ਜਗ੍ਹਾ ਹੁਕਮਨਾਮੇ ਭੇਜੇ ਗਏ। ਅਨੰਦਪੁਰ ਸਾਹਿਬ ਤੋਂ ਸਿੱਖ ਸੰਗਤਾਂ ਨੂੰ ਹੁਕਮ ਹੋਇਆ ਸਾਰੇ ਅਨੰਦਪੁਰ ਸਾਹਿਬ ਪੁੱਜੋ, ਤੇ ਅਨੰਦਪੁਰ ਸਾਹਿਬ ਪੁੱਜੋ ਤੇ ਇਸ ਦਿਨ ਨੂੰ ਪੁੱਜੋ। ਤੇ ਆਪ ਇਸ ਦਿਨ ਦੀ ਤਿਆਰੀ ਅਰਦਾਸੇ ਪਤਾ ਨਹੀਂ ਕਿਤਨੀਆਂ ਅਰਦਾਸਾਂ ਪ੍ਰਮਾਤਮਾ ਨੂੰ ਕਰਕੇ ਇਹ ਜਿਹੜੀ ਚੀਜ਼ ਜਿਹੜੀ ਹੈ। ਤੇ ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਉਹਨਾਂ ਦੀ ਸਿਫਤ ਪ੍ਰਮਾਤਮਾ ਅੱਗੇ ਕੀਤੀ ਨਹੀਂ ਜਾ ਸਕਦੀ, ਬਿਕੋ ਆਪ ਪੂਰਨ ਬ੍ਰਹਮ ਗਿਆਨੀ ਸਨ। ਜਿਨ੍ਹਾਂ ਨੇ ਉਹਨਾਂ ਦੀਆਂ ਲਿਖਤਾਂ ਨਹੀਂ ਪੜ੍ਹੀਆਂ ਉਹ ਉਹਨਾਂ ਨੂੰ ਰਾਈਟਰ ਦੀ ਤਰ੍ਹਾਂ ਸਮਝਦੇ ਹੋਣਗੇ, ਪਰ ਬੜੇ ਲੋਕ ਇਹੋ ਜਿਹੇ ਹਨ ਮੇਰੀ ਜ਼ਿੰਦਗੀ ਚ ਆਏ ਹਨ ਜਿਹੜੇ ਉਹਨਾਂ ਨੂੰ ਇੱਕ ਪੋਇਟ ਸਮਝਦੇ ਹਨ, ਜਾਂ ਉਹਨਾਂ ਨੂੰ ਇੱਕ ਰਾਈਟਰ ਸਮਝਦੇ ਹਨ, ਜਾਂ ਇੱਕ ਸੋਸ਼ਲ ਰਿਫਾਰਮਰ ਸਮਝਦੇ ਹਨ। ਨਹੀਂ, ਉਹ ਇਹਨਾਂ ਤੋਂ ਬਹੁਤ ਵੱਡੇ ਉੱਚੇ ਪ੍ਰਮਾਤਮਾ ਦੇ ਭਗਤ ਤੇ ਬ੍ਰਹਮ ਗਿਆਨੀ ਸਨ ਆਪ। ਤੇ ਜੇ ਕਲਗੀਧਰ ਚਮਤਕਾਰ ਪੜ੍ਹਨ ਦਾ ਟਾਈਮ ਨਹੀਂ ਹੈ ਤੁਹਾਡੇ ਕੋਲ, ਤੁਹਾਡੀ ਲਾਈਫ ਬੜੀ ਬਿਜ਼ੀ ਹੈ, ਨਹੀਂ ਪੜ੍ਹ ਸਕਦੇ ਪੂਰੀ, ਤੇ ਉਹਨਾਂ ਦੀ ਪਹਿਲੀ ਵੋਲਿਊਮ ਵਿੱਚੋਂ ਉਹ ਚੈਪਟਰ ਜ਼ਰੂਰ ਪੜ੍ਹਿਓ, ਦਿਲਗੀਰ ਵਾਲਾ, ਜਿਹੜਾ ਡਿਵੋਟਡ ਹੈ ਇਸ ਅੰਮ੍ਰਿਤ ਦੀ ਸੈਰੇਮਨੀ ਦੇ ਉੱਤੇ। ਤੁਹਾਡੀਆਂ ਅੱਖਾਂ ਗਦਗਦ ਕਰ ਜਾਣਗੀਆਂ, ਤੁਹਾਡੀਆਂ ਅੱਖਾਂ 'ਚ ਨੇਤਰਾ ਆ ਜਾਣਗੇ, ਜੋ ਉਹਨਾਂ ਦੇ ਮੂੰਹੋਂ ਉਸ ਦਿਨ ਦਾ ਹਾਲਾਤ ਜਿਹੜਾ ਹੈ, ਜੋ ਉਹਨਾਂ ਨੇ ਜੋ ਲਿਖਿਆ ਹੈ ਉਸ ਬੁੱਕ ਵਿੱਚ, ਉਹ ਪੜ੍ਹਿਓ ਜ਼ਰੂਰ। ਜਿਹੜੇ ਨਹੀਂ ਪੜ੍ਹ ਸਕਦੇ, ਜਿਹੜੇ ਪੜ੍ਹਨ ਤੇ ਪੂਰੀ ਬੁੱਕ ਪੜ੍ਹਨ, ਜੇ ਨਹੀਂ ਪੜ੍ਹ ਸਕਦੇ ਤੇ ਘੱਟੋ ਘੱਟ ਉਹ ਚੈਪਟਰ ਜ਼ਰੂਰ ਪੜ੍ਹਿਓ। ਧੰਨ ਸਨ ਜਿਨ੍ਹਾਂ ਨੇ, ਉਹ ਮੈਂ ਕਹਿੰਦਾ ਉਹਨਾਂ ਨੇ ਸੂਰਜ ਪ੍ਰਕਾਸ਼ ਤੋਂ ਐਗਜ਼ਾਮਪਲ ਲੈ ਕੇ, ਦੂਰੋਂ ਐਗਜ਼ਾਮਪਲ ਲੈ ਕੇ ਉਸ ਦਿਨ ਦੇ ਉੱਤੇ ਜੋ ਰੋਸ਼ਨੀ ਪਾਈ ਹੈ ਉਹ ਕੋਈ ਨਹੀਂ ਦੂਸਰਾ ਹੋਰ ਪਾ ਸਕਿਆ। ਉਹ ਜ਼ਰੂਰ ਪੜ੍ਹਿਓ। ਮੈਂ ਵੀ ਅੱਜ ਕੋਟ ਕਰਾਂਗਾ ਉਹਨਾਂ ਨੂੰ। ਤੇ ਉੱਥੇ ਫਿਰ ਜੋ ਕੋਤਕ ਵਰਤਾਇਆ ਉਸ ਦਿਨ, ਪਹਿਲੇ ਸਵੇਰੇ ਜਿਹੜੇ ਨਿਤਨੇਮ ਦੀ ਬਾਣੀਆਂ ਪੜ੍ਹਨ ਤੋਂ ਬਾਅਦ ਆਸਾ ਕੀ ਵਾਰ ਦੀ ਚੌਕੀ ਲੱਗੀ ਉਸ ਦਿਨ। ਭਾਈ ਸੰਤ ਸਿੰਘਰਾਂ ਨੇ ਆਸਾ ਦੀ ਵਾਰ ਦੀ ਚੌਕੀ ਲਗਾਈ। ਆਸਾ ਦੀ ਵਾਰ ਦੀ ਚੌਕੀ ਤੋਂ ਬਾਅਦ ਜਦੋਂ ਭੋਗ ਪਿਆ, ਜਦੋਂ ਆਨੰਦ ਸਾਹਿਬ ਦਾ ਕੜਾ ਪ੍ਰਸ਼ਾਦ ਲੈ ਕੇ ਮਹਾਰਾਜ ਖੜੇ ਹੋਏ ਉੱਥੇ, ਤੇ ਉੱਥੇ ਫਿਰ ਇਹ ਕੋਤਕ ਵਰਤਿਆ। ਤੇ ਉੱਥੇ ਕੋਤਕ ਜਿਹੜਾ ਵਰਤਿਆ ਉਹ ਤੁਸੀਂ ਜਾਣੋ ਉਸ ਕੋਤਕ ਨਾਲ। ਤੇ ਉੱਥੇ ਫਿਰ ਇੱਕ ਫੀਰੀ ਸਪੀਚ ਦਿੱਤੀ ਗਈ। ਹਰੀਰਾਮ ਗੁਪਤਾ ਨੇ ਆਪਣੀ ਗੁੱਪ ਵਿੱਚ ਉਸ ਸਪੀਚ ਦੀਆਂ ਥੋੜੇ ਜਿਹੇ ਹਿੱਸੇ ਲਿਖੇ ਹਨ। Apparently, Mughal government was also very aware of what was going on, and they had their own. ਉਹਨਾਂ ਦਿਨਾਂ ਵਿੱਚ ਦੋ ਅਖਬਾਰਾਂ ਬੜੀਆਂ ਮਸ਼ਹੂਰ ਸਨ, ਜਿਹੜਾ ਅਖਬਾਰਾਂ ਦਾ ਜ਼ਿਕਰ ਬੜੀਆਂ ਕਿਤਾਬਾਂ 'ਚ ਆਇਆ ਹੈ। ਤੇ ਉਹ ਅਖਬਾਰਾਂ ਦੀਆਂ ਕਾਪੀਆਂ, ਕੁਝ ਅਖਬਾਰਾਂ ਦੀਆਂ ਕਾਪੀਆਂ ਹੁਣ ਵੀ ਅਵੇਲੇਬਲ ਹਨ। ਇਹ ਅਖਬਾਰ ਜਿਹੜੀ ਹੈ ਦਿੱਲੀ ਤੋਂ ਇੱਕ ਸਰਹੰਦ ਤੋਂ ਨਿਕਲਦੀ ਸੀ। ਸਰਹੰਦ being an important town in Punjab those days, provincial capital ਸੀ ਪੰਜਾਬ ਦੀ, ਈਸਟਰਨ ਪੰਜਾਬ ਦੀ। ਵੈਸਟਰਨ ਪੰਜਾਬ ਦੀ ਪ੍ਰੋਵਿੰਸ਼ੀਅਲ ਕੈਪੀਟਲ ਲਾਹੌਰ ਸੀ, ਤੇ ਸਦਰਨ ਪੰਜਾਬ ਦੀ ਪ੍ਰੋਵਿੰਸ਼ੀਅਲ ਕੈਪੀਟਲ ਮੁਲਤਾਨ ਸੀ। ਤੇ ਸਰਹੰਦ ਵਿੱਚੋਂ ਉਹ ਰੁਮਾਇੰਦੇ ਬੇਸ ਬਦਲ ਕੇ ਆਪਣਾ ਉਹ ਅਨੰਦਪੁਰ ਸਾਹਿਬ ਆਏ ਸਨ। ਉਹਨਾਂ ਨੇ ਸਪੀਚ ਸੁਣੀ ਉਹਨਾਂ ਨੇ, ਤੇ ਉਹਨਾਂ ਨੇ ਉਸ ਸਪੀਚ ਵਿੱਚ ਲਲਕਾਰਿਆ ਕੌਮਾਂ ਨੂੰ। ਉੱਥੇ ਜਿਹੜੇ ਬੈਠਣ ਵਾਲੇ ਸਨ ਹਿੰਦੂ ਵੀ ਹੋਣੇ ਹਨ, ਕਾਫੀ ਹਿੰਦੂ ਹੋਣੇ ਹਨ, ਕਿਉਂਕਿ ਉਹਨਾਂ ਦਿਨਾਂ ਵਿੱਚ ਜਿਹੜੀਆਂ ਡਿਵੀਜ਼ਨ ਜਿਹੜੀ ਸੀ ਹਿੰਦੂ ਤੇ ਸਿੱਖ ਵਿੱਚ ਥੋੜੀ ਜਿਹੀ ਕੋਈ ਬਹੁਤ ਬਣੇ ਕਿ ਕਈ ਵਾਰੀ ਬੜੀ ਡਿਵੀਜ਼ਨ ਜਿਹੜੀ ਸੀ ਬੜੀ ਓਪੇਕ ਨਹੀਂ ਸੀ, ਬੜੀ ਡਿਵੀਜ਼ਨ ਉਹਨਾਂ ਦਿਨਾਂ 'ਚ ਬੜਾ ਕਾਮਨ ਸੀ ਕਿ ਹਿੰਦੂ ਪਰਿਵਾਰਾਂ ਵਿੱਚ ਵੱਡੇ ਪੁੱਤਰ ਨੂੰ ਸਿੱਖ ਬਣਾ ਦੇਣਾ। ਇਹ ਕੋਈ ਉਸ ਵੇਲੇ ਕਹਿੰਦੇ ਸਨ ਨੂੰਹ ਮਾਸ ਦਾ ਰਿਸ਼ਤਾ ਹੈ ਹਿੰਦੂ ਤੇ ਸਿੱਖ ਵਿੱਚ, ਬੜੇ ਕਾਮਨ ਸੀ ਇਹ ਗੱਲ ਕਹਿਣ ਦੀ ਉਸ ਵੇਲੇ। ਅੱਜ ਕੱਲ ਨਹੀਂ ਰਿਹਾ, ਅੱਜ ਕੱਲ ਜ਼ਮਾਨਾ ਟਾਈਮ ਬਦਲ ਗਿਆ। ਉਹਨਾਂ ਦਿਨਾਂ ਵਿੱਚ ਇੱਕ ਪੁੱਤਰ ਨੂੰ ਸਿੱਖ ਬਣਾਉਣਾ ਆਮ ਗੱਲ ਸੀ ਹਿੰਦੂ ਪਰਿਵਾਰਾਂ 'ਚ। ਮੇਰੀ ਆਪਣੀ ਫੈਮਿਲੀ ਵਿੱਚ, ਮੇਰੀ ਚਾਚੀ ਜੀ ਦੀ ਫੈਮਿਲੀ 'ਚ, ਉਹਨਾਂ ਦੇ ਚਾਚੀ ਜੀ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਬ੍ਰਦਰ ਜਿਹੜੇ ਹਨ, ਉਹਨਾਂ ਦੇ ਫਾਦਰ ਵਾਸ ਦੀ ਓਨਲੀ ਸਿੱਖ ਇਨ ਦ ਇੰਟਾਇਰ ਹਿੰਦੂ ਫੈਮਿਲੀ। ਬਾਕੀ ਸਾਰੇ ਹਿੰਦੂ ਸਨ। ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਇਆ। ਉਹਨਾਂ ਨੇ ਇਹ ਕਾਮਨ ਸੀ ਵੀ ਇਹ ਦਿੱਤਾ ਸਿੱਖਾਂ ਨੂੰ, ਇਹ ਲੜੇਗਾ ਹੁਣ ਜਾ ਕੇ, ਇਹ ਕੌਮ ਵਾਸਤੇ ਸ਼ਹੀਦ ਹੋਏਗਾ, ਇਹ ਦੇਸ਼ ਭਗਤ ਬਣੇਗਾ। ਇਹ ਉਹਨਾਂ ਦਿਨਾਂ ਵਿੱਚ ਇਹ ਜਜ਼ਬਾ ਹੁੰਦਾ ਸੀ। ਅੱਜ ਕੱਲ ਤੋੜਨ ਵਾਲੇ ਜ਼ਿਆਦਾ ਹਨ ਕੌਮ ਵਿੱਚ। ਅੱਜ ਕੱਲ ਬਹੁਤ ਜ਼ਿਆਦਾ ਬੰਦੇ ਇਹੋ ਜਿਹੇ ਹਨ ਜਿਹੜੇ ਤੋੜਨ ਵਾਲੇ ਹਨ, ਜੋੜਨ ਵਾਲੇ ਘੱਟ ਹਨ। ਅੱਜ ਕੱਲ ਜੋੜਨ ਵਾਲੇ ਬੰਦੇ ਘੱਟ ਗਏ ਹਨ, ਤੋੜਨ ਵਾਲੇ ਬੰਦੇ ਜ਼ਿਆਦਾ ਹਨ। ਉਸ ਵੇਲੇ ਜੋੜਨ ਵਾਲੇ ਬੰਦੇ ਜ਼ਿਆਦਾ ਸਨ, ਲੋਕ ਜੁੜ ਕੇ ਚੱਲਦੇ ਸਨ ਨਾਲ। ਤੇ ਉਹਨਾਂ ਦਿਨਾਂ ਵਿੱਚ ਇਹ ਬੜਾ ਕਾਮਨ ਸੀ। ਤੇ ਉੱਥੇ ਫਿਰ ਸਪੀਚ ਕਿਹਾ, ਉਹਨਾਂ ਨੇ ਬੜੀਆਂ ਗੱਲਾਂ ਕਹੀਆਂ।
उन्होंने फिर समझाया ਤੁਹਾਡਾ ਪਿਛੋਕੜ ਕੀ ਹੈ, ਦੱਸੋ ਤੁਹਾਡੀ ਕਿੱਥੋਂ ਆਏ ਹੋ, ਮਹਾਭਾਰਤ ਕੀ ਹੈ, ਕੌਣ ਸਨ ਲੜਨ ਵਾਲੇ, ਕੌਣ ਸਨ ਖੱਤਰੀ ਲੜਨ ਵਾਲੇ, ਜੇ ਉਹ ਉਸ ਵੇਲੇ ਲੜ ਸਕਦੇ ਸਨ ਤੇ ਸਾਡੇ 'ਚ ਕੀ ਕਮੀ, ਜੇ ਉਸ ਵੇਲੇ ਆਪਣਾ ਰਾਜ ਸਥਾਪਿਤ ਕਰਦੇ ਸਨ ਸਾਡੇ ਕੀ ਕਮੀ ਹੈ, ਅਸੀਂ ਕਿਉਂ ਨਾ ਆਪਣੀ ਅੜਕ ਨਾਲ ਜੀਵਾਂ ਜੀਏ। ਤੇ ਇਹਨਾਂ ਗੱਲਾਂ ਕਹਿਣ ਤੋਂ ਬਾਅਦ ਫਿਰ ਅਗਲਾ ਕੋਤਕ ਜੋ ਵਰਤਿਆ ਉਹ ਤੁਸੀਂ ਜਾਣੋ ਹੋ। ਸਿਰ ਮੰਗੇ ਗਏ ਉਸ ਦਿਨ ਕਿ ਕੌਣ ਹੈ ਗੁਰੂ ਵਾਸਤੇ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੈ। ਤੇ ਫਿਰ ਭਾਈ ਦਇਆ ਸਿੰਘ ਹੋਰੀ, ਯਾਦ ਰੱਖਣਾ, ਭਾਈ ਦਇਆ ਸਿੰਘ ਹੋਰੀ ਮਹਾਰਾਜ ਨਾਲ ਲਾਸਟ ਦਿਨ ਤੱਕ ਰਹੇ ਹਨ, ਉਹਨਾਂ ਦੇ ਨਾਲ ਨਾਂਦੇੜ ਸ਼ਹੀਦੀ ਪ੍ਰਾਪਤ ਕੀਤੀ ਹੈ ਉਹਨਾਂ ਨੇ, ਮਹਾਰਾਜ ਦੇ ਜਾਣ ਤੋਂ ਬਾਅਦ ਗਏ ਹਨ ਉੱਥੋਂ। ਬਾਕੀ ਪਿਆਰਿਆਂ ਵਿੱਚੋਂ ਇਹ ਪਿਆਰੇ ਸਭ ਤੋਂ ਵੱਡੇ ਸਨ। ਜੇ ਨਹੀਂ ਪਤਾ ਨਾ ਇਹਨਾਂ ਬਾਰੇ ਤੁਹਾਨੂੰ, ਤੇ ਇਹਨਾਂ ਬਾਰੇ ਸੁਣੋ, ਇਹਨਾਂ ਬਾਰੇ ਪਤਾ ਕਰੋ ਕਿਤਨੇ ਮਹਾਨ ਤੇ ਵੱਡੇ ਗੁਰਸਿੱਖ ਸਨ। ਤੇ ਭਾਈ ਧਰਮ ਸਿੰਘ ਹੋਰੀ ਜਿਹੜੇ ਦੂਸਰੇ ਪਿਆਰੇ ਉੱਠੇ, ਜਿਹੜੇ ਉਹ ਵੀ ਮਹਾਰਾਜ ਨਾਲ ਹਮੇਸ਼ਾ ਰਹੇ ਨਾਲ ਤੱਕ। ਨਾਂਦੇੜ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ। ਅੱਜ ਵੀ ਜਦੋਂ ਹਜ਼ੂਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ, ਇਹਨਾਂ ਦੇ ਅਸਥਾਨ, ਇਹਨਾਂ ਦਾ ਅੰਗੀਠਾ ਵੀ ਮਹਾਰਾਜ ਦੇ ਅੰਗੀਠੇ ਦੇ ਨਾਲ ਹੈ। ਬਿਲਡਿੰਗ ਖਾਲੀ ਦੂਸਰੀ ਹੈ, 100 ਫੁੱਟ ਦੀ ਦੂਰੀ ਵੀ ਨਹੀਂ, ਲੇਕਿਨ ਬੜੀ ਨਜ਼ਦੀਕੀ ਸੀ ਆਪਸ ਵਿੱਚ। ਇਤਨਾ ਗਹਿਰਾ ਪਿਆਰ ਸੀ, ਜਿੱਥੇ ਮਹਾਰਾਜ ਗਏ ਹਨ ਉਹਨਾਂ ਨਾਲ ਚੱਲੇ ਹਨ, ਚਾਹੇ ਉਹ ਚਮਕੌਰ ਦੀ ਜੰਗ ਤੋਂ ਬਾਅਦ ਨਿਕਲੇ ਹਨ ਨਾਲ, ਤਾਂ ਵੀ ਨਾਲ ਸਨ ਇਹਨਾਂ ਦੇ। ਇਹ ਦੋ ਮਹਾਨ ਜਿਹੜੇ ਪੰਜ ਪਿਆਰਿਆਂ ਵਿੱਚੋਂ ਦੋ, ਤੇ ਬਾਕੀ ਤਿੰਨ ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ, ਇਹ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਹਨ ਮਹਾਰਾਜ ਦੇ ਕਹਿਣ ਦੇ ਉੱਤੇ। ਸ਼ਹੀਦੀਆਂ ਉਹਨਾਂ ਨੇ ਉੱਥੇ ਪਾਈਆਂ ਚਮਕੌਰ ਦੀ ਜੰਗ ਵਿੱਚ, ਮਹਾਰਾਜ ਦੇ ਨਾਲ ਰਹੇ ਹਨ। ਤੇ ਅਖੀਰਲੇ ਦਸਤੇ ਵਿੱਚੋਂ ਇਹਨਾਂ ਦਾ ਦਸਤਾ ਸੀ, ਇੱਕ ਪੰਜ ਪਿਆਰਾ, ਇੱਕ ਪੰਜ ਦੀ ਸ਼ਹੀਦੀ ਦੇ ਨਾਲ ਚਮਕੌਰ ਸ਼ਹੀਦ ਹੋਇਆ। ਤੇ ਇਹ ਕੋਤਕ ਉਸ ਦਿਨ ਵਰਤਿਆ, ਉਸ 1699 ਦੀ ਵਿਸਾਖੀ ਦੇ ਵਿੱਚ। ਤੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਖੰਡੇ ਦਾ, ਤੇ ਖੰਡੇ ਦੇ ਅੰਮ੍ਰਿਤ ਦੇ ਬਾਟੇ ਦੇ ਵਿੱਚ ਮਾਤਾ ਜੀ ਨੇ ਪਤਾਸੇ ਪਾਏ। ਇਹ ਇੱਕ ਕਹਿਣ ਦਾ ਸੀ ਕਿ ਬੀਰ ਰਸ ਦੇ ਨਾਲ, ਸ਼ਾਂਤ ਰਸ ਦੇ ਨਾਲ ਬੀਰ ਰਸ ਨੂੰ ਮਿਲਾਇਆ, ਭਗਤੀ ਦੇ ਨਾਲ ਸ਼ਕਤੀ ਨੂੰ ਮਿਲਾਇਆ ਉਹਨਾਂ ਨੇ। ਤੇ ਅਸੀਂ ਸ਼ਬਦ ਗੁਰਦੁਆਰੇ ਪੜ੍ਹਦੇ ਹੁੰਦੇ ਹਾਂ ਬੜੀ ਵਾਰੀ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਤੇ ਮੈਂ ਉੱਥੇ ਨਹੀਂ ਆ, ਮੈਂ ਸਿਟੀ ਨੂੰ ਕਹਿਣਾ ਸੀ ਅੱਜ ਫੋਨ ਕਰਕੇ ਕਿ ਕੱਲ ਗੁਰਦੁਆਰੇ ਸ਼ਬਦ ਜ਼ਰੂਰ ਪੜ੍ਹਿਓ ਉੱਥੇ, ਜ਼ਰੂਰ। ਮੈਂ ਅਸੀਂ ਜਦੋਂ ਹੁੰਦੇ ਆ ਉੱਥੇ ਤੇ ਆਪ ਕੀਰਤਨ ਕਰਦੇ ਆ, ਸਾਡਾ ਇੱਕ ਲੱਕੀ ਆ, ਸਾਡਾ ਬੜਾ ਸਟਰੋਂਗ ਕੀਰਤਨ ਗਰੁੱਪ ਹੈ ਕਹਿਲੇ ਵਿੱਚ। ਅਸੀਂ ਜਦੋਂ ਕਰਦੇ 2-2 3-3 ਇਕੱਠੇ ਕੀਰਤਨ ਕਰਦੇ ਆ। ਤੇ ਮੈਂ ਹਰਪ੍ਰੀਤ ਜੀ ਨੇ ਕਹਿਣਾ ਭੁੱਲ ਗਿਆ ਕਿ ਮੈਂ ਉੱਥੇ ਨਹੀਂ ਆ, ਪਰ ਕੱਲ ਗੁਰਦੁਆਰੇ ਅਸੈਂਬਲੀ ਵਿੱਚ ਸ਼ਬਦ ਜ਼ਰੂਰ ਪੜ੍ਹਿਓ ਉੱਥੇ। ਤੇ ਉੱਥੇ ਸ਼ਬਦ ਵਿੱਚ ਇੱਕ ਲਾਈਨ ਆਉਂਦੀ ਹੈ, ਗੁਰੂ ਸੰਗਤ ਕੀ ਨਹੀਂ ਖਾਲਸਾ। ਤੇ ਉਹ ਜਿਨ੍ਹਾਂ ਨੇ ਗੁਰੂ ਦੀ ਸੰਗਤ ਕੀਤੀ ਉਹ ਖਾਲਸਾ ਬਣੇ। ਤੇ ਅਗਲੀ ਲਾਈਨ ਹੈ, ਮਨਮੁਖੀ ਦੁਹੇਲਾ। ਜਿਹੜੇ ਮਨਮੁਖ ਸਨ ਨਾ, ਜਿਹੜੇ ਗੁਰੂ ਦੀ ਤਰਫ ਨਹੀਂ ਆਏ, ਉਹ ਦੁਹੇਲੇ ਹੀ ਰਹੇ, ਉਹ ਅਲੱਗ ਹੀ ਰਹੇ, ਉਹ ਫਿਰਦੇ ਹੀ ਰਹੇ ਹਰ ਜਗ੍ਹਾ। ਤੇ ਇਹ ਸ਼ਕਤੀ ਜਿਹੜੀ ਹੈ, ਉੱਥੇ ਕਾਲਕਾ ਵਰਡ ਯੂਜ਼ ਕੀਤਾ ਨੇ ਸ਼ਕਤੀ ਬਾਰੇ, ਉੱਥੇ ਕਾਲਕਾ ਦੇਵੀ ਬਾਰੇ ਵਰਡ ਨਹੀਂ ਆਇਆ। ਵਰਡ ਉੱਥੇ ਆਏ ਹਨ, ਗੁਰਸਿਮਰ ਮਨਾਈ ਕਾਲਕਾ, ਇਹ ਵਰਡ ਆਏ ਉੱਥੇ। ਕਾਲਕਾ ਇੱਥੇ ਸ਼ਕਤੀ ਬਾਰੇ ਆਏ ਹਨ, ਗੁਰੂ ਨੂੰ ਸਿਮਰ ਕੇ ਅਸੀਂ ਇਹ ਤੇਗ ਤੋਂ ਸ਼ਕਤੀ ਲਿੱਤੀ। ਤੇ ਇਹ ਤੇਗ ਦੀ ਸ਼ਕਤੀ ਅੰਮ੍ਰਿਤ ਦੇ ਖੰਡੇ ਤੋਂ ਆਈ, ਉਸ ਪਤਾਸਿਆਂ ਤੋਂ ਆਈ। ਤੇ ਇੱਥੇ ਬਸ ਨਹੀਂ, ਜਦੋਂ ਅੰਮ੍ਰਿਤ ਛਕਾਇਆ ਗਿਆ ਤੇ ਫਿਰ ਮਹਾਰਾਜ ਦਾ ਉਪਦੇਸ਼ ਜਿਹੜਾ ਉਹਨਾਂ ਨੇ ਦਿੱਤਾ ਉਸ ਦਿਨ, ਉਹ ਮਹਾਰਾਜ ਦਾ ਉਪਦੇਸ਼ ਸੁਣਨ ਵਾਲਾ ਹੈ। ਤੇ ਇਹ ਉਪਦੇਸ਼ ਕਲਗੀਧਰ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਨੇ ਇਸ ਉਪਦੇਸ਼ ਨੂੰ ਇਤਨੀ ਖੂਬਸੂਰਤੀ ਨਾਲ ਲਿਖਿਆ ਹੈ ਕਿ ਮੈਂ ਕਹਿੰਦਾ ਮੈਂ ਪੜ੍ਹਨ ਤੋਂ ਬਜਾਏ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਉਹ ਉਪਦੇਸ਼ ਜਿਹੜਾ ਜੋ ਉਹਨਾਂ ਨੇ ਲਿਖਿਆ ਹੈ। ਇਹ ਅੰਡਰ ਹੁਣ ਮੈਂ ਜੋ ਪੜ੍ਹਨ ਜਾ ਰਿਹਾ ਹੈ, ਇਹ ਅੰਡਰ ਕੋਟੇਸ਼ਨ ਹੈ ਜੀ, ਇਹ ਮੇਰੇ ਵਾਕ ਹੈ। ਇਹ ਕਲਗੀਧਰ ਚਮਤਕਾਰ ਦੇ ਪੇਜ ਨੰਬਰ 228 ਜਿਹੜਾ ਪਹਿਲਾ ਵੋਲਿਊਮ ਹੈ ਕਲਗੀਧਰ ਚਮਤਕਾਰ ਦਾ, ਉਹਦੇ ਵਿੱਚੋਂ ਲਿੱਤੇ ਹਨ ਮੈਂ। ਤੇ ਅੰਮ੍ਰਿਤ ਛਕਾਇਆ ਉਹਨਾਂ ਨੂੰ ਤੇ ਗੁਰੂ ਵਾਲੇ ਬਣਾਇਆ। ਤੇ ਗੁਰੂ ਵਾਲੇ ਬਣਾਉਣ ਤੋਂ ਬਾਅਦ ਭਗਤੀ ਤੇ ਸ਼ਕਤੀ ਦਾ ਰਸ ਦੇ ਕੇ, ਸ਼ਾਂਤ ਰਸ ਤੇ ਭਗਤੀ ਦਾ ਰਸ ਦੋਨੋਂ ਦੇ ਕੇ
ਮਹਾਰਾਜ ਦੇ ਬਚਨ ਉਚਾਰਨ ਕੀਤੇ ਹੈ ਤੇ ਕਿਹਾ, let me read it out to you. ਇਉਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਫਿਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ, ਉਸ ਦੇ ਨਾਮ ਦੀ ਦਾਨ ਹੋਈ ਹੈ। ਨਾਮ ਜਪਣਾ ਸਿਮਰਨਾ ਹੈ ਵਾਹਿਗੁਰੂ ਦਾ ਸਰੂਪ ਤੁਸਾਂ ਮੂਲ ਮੰਤਰ ਵਿੱਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮੀ ਹੈ ਵਾਹਿਗੁਰੂ, ਜਿਸ ਉੱਤੇ ਸਿਦਕ ਹੈ ਕਾਇਮ। ਸਦਾ ਸਦਾ ਤੁਸਾਂ ਨੂੰ ਖਾਲਸਾ ਸਾਜਿਆ ਹੈ ਉਸ ਵਾਹਿਗੁਰੂ ਦਾ। ਤੇ ਇਹ ਖਾਲਸਾ ਮੇਰੇ ਨਹੀਂ ਹੋ ਤੁਸੀਂ, ਇਹ ਕੌਮ ਮੇਰੀ ਨਹੀਂ ਹੈ। ਇਹ ਆਪਣੇ ਤਰਫੋਂ ਬੋਲ ਰਹੇ, ਮੈਂ ਪੜ੍ਹ ਨਹੀਂ ਰਿਹਾ ਇੱਥੋਂ, ਮੈਂ ਐਕਸਪਲੇਨੇਸ਼ਨ ਦੇ ਰਿਹਾ ਨਾ ਲਾਈਨਾਂ ਦੀਆਂ। ਇਹ ਕੌਮ ਮੇਰੀ ਨਹੀਂ ਹੈ, ਇਹ ਕੌਮ ਵਾਹਿਗੁਰੂ ਦੀ ਹੈ। ਇਸੇ ਵਾਸਤੇ ਫੌਜ ਵੀ, ਜਿਹੜੀ ਖਾਲਸੇ ਦੀ ਫੌਜ ਨੂੰ ਆਪਣੀ ਫੌਜ ਨਹੀਂ ਕਿਹਾ ਜਾਂਦਾ। ਇਹ ਆਰਮੀ ਮੇਰੀ ਨਹੀਂ ਹੈ, ਇਹ ਆਰਮੀ ਵਾਹਿਗੁਰੂ ਦੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਕਿਉਂ? ਕਿਉਂਕਿ ਜਿੱਥੇ ਮਜ਼ਲੂਮ ਹੋਏਗਾ, ਜਿੱਥੇ ਭੁੱਖਾ ਹੋਏਗਾ, ਜਿੱਥੇ ਲੋੜਵੰਦ ਹੋਏਗਾ, ਉੱਥੇ ਖਾਲਸਾ ਆਏਗਾ। ਚਾਹੇ ਉਹ ਕਿਸੇ ਰੂਪ ਵਿੱਚ ਆਏ, ਚਾਹੇ ਉਹ ਸ਼ਾਂਤ ਵਾਲੇ ਪਾਸੇ ਆਏ, ਚਾਹੇ ਉਹ ਕਸੂਰ ਦੇ ਬ੍ਰਾਹਮਣ ਆ ਕੇ ਅਰਦਾਸ ਕਰਨ ਕਿ ਮੇਰੀ ਬੀਵੀ ਤੇ ਭੈਣ ਨੂੰ ਪਠਾਨ ਚੁੱਕੇ ਲੈ ਗਏ ਹਨ। ਤੇ ਇਹ ਅਰਦਾਸ ਬੁੱਢਾ ਦਲ ਦੇ ਅੱਗੇ ਜੱਸਾ ਸਿੰਘ ਆਹਲੂਵਾਲੀਆ ਦੀ ਕੀਤੀ, ਤੇ ਤਰੁਣਾ ਦਲ ਨੇ ਅਰਦਾਸ ਸੁਣਨ ਤੋਂ ਬਾਅਦ ਹੀ ਫੌਰਨ 5 ਜਥਿਆਂ ਦਾ ਸਿੰਘਾ ਰਵਾਨਾ ਹੋ ਗਿਆ ਕਸੂਰ ਉਹਨਾਂ ਨੂੰ ਛੁਡਾਉਣ ਵਾਸਤੇ। ਲੇਕਿਨ ਵਰਡ ਇੱਥੇ ਹਮੇਸ਼ਾ ਆਣਗੇ, ਖਾਲਸਾ ਅਕਾਲ ਪੁਰਖ ਕੀ ਫੌਜ। ਕਿਉਂ? ਕਿਉਂਕਿ ਅਕਾਲ ਪੁਰਖ ਦੇ ਨੁਮਾਇੰਦੇ ਬਣਾ ਕੇ ਭੇਜਿਆ ਸਾਨੂੰ। ਤੁਸੀਂ ਰਿਪਰੈਜ਼ੈਂਟੇਟਿਵ ਹੋ ਅਕਾਲ ਪੁਰਖ ਦੇ। ਤੇ ਅੱਗੇ ਫਿਰ ਕੋਟੇਸ਼ਨ ਹੈ, ਸੁਣੋ। ਅਗਲੀ ਕੋਟੇਸ਼ਨਾਂ ਇਹ ਹਨ ਕਿ ਸਿਦਕ ਰਹੇ ਕਾਇਮ ਤੁਸਾਂ ਦਾ, ਤੁਸਾਂ ਨੂੰ ਖਾਲਸਾ ਸਾਜਿਆ ਹੈ ਉਸ ਵਾਹਿਗੁਰੂ ਦਾ। ਤੁਸਾਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ। ਫਤਿਹ ਸਦਾ ਵਾਹਿਗੁਰੂ ਦੀ ਹੈ, ਮੇਰੀ ਫਤਿਹ ਨਹੀਂ ਚਾਹੀਦੀ ਮੈਨੂੰ। ਹੁਣ ਵੀ ਜੈਕਾਰਾ ਜਿਹੜਾ ਹੁੰਦਾ ਹੈ ਉਹ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੇਰੀ ਜਿੱਤ ਮੈਨੂੰ ਨਹੀਂ ਚਾਹੀਦੀ, ਪਰਮਾਤਮਾ ਦੀ ਜਿੱਤ ਚਾਹੀਦੀ ਹੈ। ਜੇ ਉਸ ਦਾ ਤੁਹਾਡਾ ਹੈ, ਇਹ ਤੁਹਾਡੀ ਫਤਿਹ ਹੈ। ਉਸ ਵਾਹਿਗੁਰੂ ਦੀ ਸਿਫਤ ਸਲਾਹ, ਗੁਣ ਕੀਰਤੀ, ਵਡਿਆਈ ਵਿਚਾਰ ਕੇ ਉਸ ਨਾਲ ਮਿਲੇ ਰਹੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਗੱਲ ਬਾਣੀ ਨਾਲ ਹੋਣੀ ਹੈ, ਸੋ ਬਾਣੀ ਨਿਤਨੇਮ ਪੜ੍ਹਨੀ ਹੈ। ਗੁਰਬਾਣੀ ਤੇ ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕੀਰਤਨ ਕਰਨਾ, ਬਾਣੀ ਵਿਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਘੁਸਾਉਣਾ। ਨਾਮ ਬਾਣੀ ਦੇ ਟੇਕ ਧਾਰ ਕੇ ਰਹਿਤ ਧਾਰੋ। ਦਾਤੇ ਨੇ ਫਿਰ ਰਹਿਤ ਦਾ ਉਪਦੇਸ਼ ਦਿੱਤਾ, ਫਿਰ ਤਾਕੀਦ ਕੀਤੀ ਕਿ ਕੇਸਾ ਧਾਰੀ ਰਹਿਣਾ ਹੈ। ਇਸ ਤੋਂ ਉਸ ਸਥਾਨ ਦਾ ਨਾਮ ਕੇਸਗੜ੍ਹ ਹੋਇਆ, ਜਿੱਥੇ ਕਿ ਅੱਜ ਦਾਤੇ ਕੇਸਾ ਧਾਰੀ ਦਾ ਪੰਥ ਰਚਿਆ। ਫਿਰ ਮਸੰਦਾ, ਨੀਣੀਆਂ, ਧੀਰ ਮੱਲੀਆਂ ਆਦਿ ਨਾਲ ਵਰਤੋਂ ਵਰਤਿਆ, ਆਪਸ ਦਾ ਪ੍ਰੇਮ ਉਪਦੇਸਿਆ। ਅੱਜ ਤੋਂ ਵਾਸੀ ਆਨੰਦਪੁਰ, ਇਹ ਗੱਲ ਸੁਣਨ ਵਾਜ। ਅੱਜ ਤੋਂ ਵਾਸੀ ਆਨੰਦਪੁਰ, ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਦਾ ਭਰਾ। ਫਿਰ ਪੰਥ ਸੇਵਾ ਤੇ ਸੇਵਾ ਵਿੱਚ ਆਪ ਵਾਰਨ ਦਾ ਉਪਦੇਸ਼ ਦਿੱਤਾ। ਤੁਸਾਂ ਪੰਜੇ ਇੱਕ ਪੰਥ ਹੋਏ ਹੋ। ਤੁਸਾਂ ਪੰਜਾਂ ਦਾ ਸਮੂਹ ਵਿੱਚ ਮੈਂ ਆਪਣੀ ਜੋਤ ਧਰੀ ਹੈ। ਮੈਂ ਆਪਣੀ ਜੋਤ ਇਹਨਾਂ ਪੰਜਾਂ ਵਿੱਚ ਧਰੀ ਹੈ, ਇਸ ਖਾਲਸੇ ਵਿੱਚ ਧਰੀ ਹੈ। ਤੇ ਇਹ ਉਪਦੇਸ਼ ਦੇ ਕੇ ਇਹ ਵਰ ਦਿੱਤੇ ਉਹਨਾਂ ਪੰਜਾਂ ਨੂੰ। ਕਹਿੰਦੇ ਸਨ 80,000 ਦਾ ਇਕੱਠ ਸੀ ਉਸ ਦਿਨ ਅਨੰਦਪੁਰ ਸਾਹਿਬ। ਉਹਨਾਂ ਦਿਨਾਂ ਵਿੱਚ 80,000 ਦਾ ਇਕੱਠ ਹੋਣਾ ਬੜੀ ਵੱਡੀ ਗੱਲ ਹੈ। 80,000 ਦੇ ਇਕੱਠ ਵਿੱਚੋਂ 20,000 ਦੇ ਬੰਦਿਆਂ ਨੇ ਅੰਮ੍ਰਿਤ ਛਕਿਆ ਉਸ ਦਿਨ। ਸਾਰਿਆਂ ਨੇ ਨਹੀਂ ਛਕਿਆ, ਕਿਉਂਕਿ ਸਾਰੇ ਗੁਰੂ ਵਾਲੇ ਬਣਨ ਚ ਹਾਲੇ ਵੀ ਕਤਰਾਉਂਦੇ ਹਨ। ਤਿਰਲੇ ਕਰ ਲੈਂਦੀਆਂ ਗੁਰਦੁਆਰੇ ਮੈਂ, ਤੇ 10 ਬੰਦੇ ਤਿਆਰ ਨਹੀਂ ਹੁੰਦੇ ਅੰਮ੍ਰਿਤ ਛਕਣ ਵਾਸਤੇ। ਵੈਸੇ ਵਿਸਾਖੀ ਮਨਾਉਣ ਵਾਸਤੇ ਕਿਹੜੇ ਦਿਨ ਮਨਾਣੀ ਹੈ, ਉਹਦੇ ਝਗੜੇ ਪੈ ਜਾਂਦੇ ਨੇ ਬੜੇ। ਉਹਦੇ ਵਾਸਤੇ ਲੜਾਈਆਂ ਸੁਣ ਲਓ ਜਿੰਨੀਆਂ ਲੜਾਈਆਂ ਕਰਨੀਆਂ ਹਨ। ਬਾਣੀ ਪੜ੍ਹਨ ਵਾਸਤੇ, ਅੰਮ੍ਰਿਤ ਛਕਣ ਵਾਸਤੇ ਕੋਈ ਤਿਆਰ ਨਹੀਂ ਇੱਥੇ। ਸੂਰ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘਰਾਂ ਨੇ ਬਹੁਤ ਖੂਬਸੂਰਤੀ ਨਾਲ ਇਸ ਸੈਰੇਮਨੀ ਨੂੰ ਡਿਸਕ੍ਰਾਈਬ ਕੀਤਾ ਆਪਣੇ ਛੰਦਾਂ ਵਿੱਚ। ਮੈਂ ਪੜ੍ਹਨੀ ਨਹੀਂ ਉਹਨਾਂ ਦੀਆਂ ਗੱਲ, ਲੇਕਿਨ ਗੱਲ ਇੱਥੇ ਬਸ ਨਹੀਂ। ਜਿੱਥੇ ਆਪ ਅੰਮ੍ਰਿਤ ਛਕਿਆ,
ਤੇ ਗੁਰੂ ਵਾਲੇ ਬਣਾਇਆ ਤੇ ਆਪ ਆਪਣੀ ਜੋਤ ਧਰੀ ਉਹਦੇ ਅੰਦਰ ਤੇ ਆਪ ਜੋਤ ਧਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਕੀਤੇ ਹੋਏ ਪੂਰਨਿਆਂ ਨੂੰ 300 ਸਾਲ ਬਾਅਦ ਫਿਰ ਉਹੀ ਪੂਰਨੇ ਦੁਬਾਰਾ ਪਾ ਦਿੱਤੇ ਸਾਰੇ। ਇੱਕ ਟਾਈਮ ਉਹ ਸੀ ਜਦੋਂ ਲਹਿਣੇ ਨੂੰ ਆਪਣੇ ਵਰਗਾ ਬਣਾ ਕੇ ਅੰਗਦ ਬਣਾਇਆ ਤੇ ਲਹਿਣੇ ਤੋਂ ਨਾਂ ਅੰਗਦ ਰੱਖਿਆ ਤੇ ਅੰਗਦ ਦੇ ਲਿਟਰਲ ਮੀਨਿੰਗ ਹੈ ਪਾਰਟ ਆਫ ਮਾਈ ਫਲੈਸ਼। ਅੰਗਦ ਦੇ ਲਿਟਰਲ ਮੀਨਿੰਗ ਹੈ ਪਾਰਟ ਆਫ ਮੀ, ਪਾਰਟ ਆਫ ਮਾਈ ਫਲੈਸ਼ ਔਰ ਮਾਈ ਓਨ ਫਲੈਸ਼ ਉਹਨਾਂ ਨੂੰ ਆਪਣੀ ਫਲੈਸ਼ ਦੀ ਤਰ੍ਹਾਂ ਬਣਾ ਕੇ ਸੰਗਤ ਨੂੰ ਮੱਥਾ ਟੇਕਵਾਇਆ ਤੇ ਆਪ ਮੱਥਾ ਸੰਗਤ ਦੇ ਸਾਹਮਣੇ ਗੁਰੂ ਅੰਗਦ ਦੇਵ ਜੀ ਨੂੰ ਟੇਕਿਆ ਤੇ 250-300 ਸਾਲ ਬਾਅਦ 1699 ਦੀ ਵਿਸਾਖੀ ਦੇ ਵਿੱਚ ਉਹ ਕੋਤਕ, ਉਹ ਮਰਦ ਗੰਬੜਾ ਜਿਹੜਾ ਇਸ ਪਰਪਸ ਵਾਸਤੇ ਭੇਜੇ ਗਏ ਸਨ, ਅੱਜ ਆਪਣੇ ਸਿੰਘਾਸਨ ਤੋਂ ਉਤਰਦੇ ਹਨ ਤੇ ਸੰਗਤ ਹੈਰਾਨ ਰਹਿ ਜਾਂਦੀ ਹੈ। ਸੰਗਤ ਦੇਖਦੀ ਹੈ ਕੋਤਕ ਇਹ ਕਿ ਇਹ ਕੀ ਕਰਦੇ ਪਏ ਹਨ, ਹੁਣ ਇਹ ਅੰਮ੍ਰਿਤ ਛਕਾਣ ਤੋਂ ਬਾਅਦ ਇਹ ਕੀ ਕਰਨ ਜਾ ਰਹੇ ਹਨ, ਆਪਣੇ ਸਿੰਘਾਸਨ ਤੇ ਕਿਉਂ ਉਤਰੇ ਹਨ ਥੱਲੇ। ਮਹਾਰਾਜ ਆਪਣੇ ਸਿੰਘਾਸਨ ਤੋਂ ਉਤਰ ਕੇ ਉਹਨਾਂ ਪੰਜਾਂ ਦੇ ਅੱਗੇ ਆ ਕੇ ਗੋਡੇ ਟੇਕ ਕੇ ਖੜੇ ਹੋ ਜਾਂਦੇ ਹਨ। ਸਿੰਘ ਹੈਰਾਨ ਹਨ, ਪ੍ਰਜਾ ਹੈਰਾਨ ਹੈ, ਸੰਗਤ ਹੈਰਾਨ ਹੈ, ਮਹਾਰਾਜ ਕੀ ਕਰਦੇ ਪਏ ਨੇ ਆਪ। ਤੇ ਉਹਨਾਂ ਦੇ ਅੱਗੇ, ਉਹਨਾਂ ਪੰਜਾਂ ਦੇ ਅੱਗੇ ਹੱਥ ਦੇ ਕੇ ਕਹਿੰਦੇ ਹਨ, ਜੋ ਆਪ ਅੰਮ੍ਰਿਤ ਛਕਿਆ ਹੈ ਉਸ ਅੰਮ੍ਰਿਤ ਦਾਨ ਮੈਨੂੰ ਵੀ ਪਿਲਾਓ, ਉਹ ਅੰਮ੍ਰਿਤ ਦਾਨ ਮੈਨੂੰ ਵੀ ਕਰਾਓ। ਭਾਈ ਸਾਹਿਬ ਭਾਈ ਵੀਰ ਸਿੰਘਾਂ ਨੇ ਅਗਲੇ ਸਫ਼ਿਆਂ ਵਿੱਚ ਉਹਨਾਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘਾਂ ਦੀ ਵਿਫਲਤਾ ਦੇ ਉੱਤੇ ਬੜਾ ਜ਼ੋਰ ਦਿੱਤਾ। ਉਹਨਾਂ ਦੀ ਅੰਗਤ ਕੀ ਅੰਦਰੋਂ ਫੈਲ ਰਹੀਆਂ ਹੋਣੀਆਂ ਚੀਜ਼ਾਂ, ਕੀ ਅੰਦਰ ਉਹਨਾਂ ਦੇ ਅੰਦਰ ਚੱਲ ਰਿਹਾ ਹੋਣਾ ਉਸ ਵੇਲੇ ਜਦੋਂ ਆਪਣੇ ਗੁਰੂ ਨੂੰ ਉਹਨਾਂ ਦੇ ਅੱਗੇ ਘੋਟਿਆਂ ਦੇ ਬਲ ਖੜੇ ਕਰਕੇ ਦੇਖਿਆ ਉਹਨਾਂ ਨੂੰ ਤੇ ਉਹਨਾਂ ਦੀ ਅੱਗੇ ਅਰਦਾਸ ਕਰਦਿਆਂ ਦੇਖਿਆ। ਇਹ ਹੈ ਉਸ ਵੱਡੇ ਗੁਰੂ ਦੀ ਕਾਲਨਾ ਕਿ ਮੈਂ ਪੰਥ ਮੇਰਾ ਹੈ ਤੇ ਮੈਂ ਪੰਥ ਦਾ ਹਾਂ ਤੇ ਗੁਰੂ ਪੰਥ ਹੈ, ਪੰਥ ਵਿੱਚ ਮੈਂ ਖੜਾ ਹਾਂ। ਜਿੱਥੇ ਖਾਲਸਾ ਹੈ ਉੱਥੇ ਮੈਂ ਹਾਂ ਤੇ ਜਿੱਥੇ ਮੈਂ ਹਾਂ ਉੱਥੇ ਖਾਲਸਾ ਹੈ। ਤੇ ਇਹ ਪੰਜਾਂ ਦੀ ਦਾਤ ਕੋਲੋਂ ਪੰਜਾਂ ਤੋਂ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਆਪ ਉਹਨਾਂ ਪੰਜਾਂ ਤੋਂ ਛਕ ਕੇ ਆਪ ਗੁਰੂ ਚੇਲਾ ਬਣਨ ਦੀ। ਤੇ ਤਾਂ ਹੀ ਭਾਈ ਗੁਰਦਾਸ ਜਿਹੜੇ ਉਸ ਵੇਲੇ ਹੋਏ ਹਨ, ਉਹਨਾਂ ਨੇ ਕਿਹਾ ਹੈ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਕਦੀ ਗੁਰੂ ਹੈ ਤੇ ਕਦੀ ਚੇਲਾ ਹੈ। ਇੱਥੇ ਹੀ ਨਹੀਂ, ਪੰਜਾਂ ਨੂੰ ਇੱਕ ਆਦ ਇੱਕ ਹੋਰ ਵੀ ਹੋਈ ਕਿ ਜਿੱਥੇ ਤੁਸੀਂ ਹੋ ਉਹ ਸਭ ਤੋਂ ਵੱਡੇ ਹੋ, ਤੁਸੀਂ, ਤੁਹਾਡੇ ਤੋਂ ਵੱਡਾ ਹੋਰ ਕੋਈ ਵੀ ਨਹੀਂ। ਜਿੱਥੇ ਪੰਜ ਖੜੇ ਹਨ ਸਮਝ ਲਓ ਮੈਂ ਖੜਾ ਹਾਂ। ਜੇ ਤੁਹਾਡਾ ਹੁਕਮ ਹੋਏਗਾ ਤੇ ਗੁਰੂ ਦੇ ਉੱਤੇ ਵੀ ਉਹ ਹੁਕਮ ਪਾਲਨ ਹੋਏਗਾ। ਇਹ ਤੁਹਾਡਾ ਹੁਕਮ ਅਟਲ ਹੈ, ਮੈਂ ਆਪਣੀ ਜੋਤ ਤੁਹਾਡੇ ਵਿੱਚ ਧਰੀ ਹੈ। ਤੇ ਜਦੋਂ ਚਮਕੌਰ ਦੀ ਜੰਗ ਵਿੱਚ ਜਦੋਂ 10 ਲੱਖ ਨੇ 40 ਦਾ ਘੇਰਾ ਦੇਖਿਆ, ਜਦੋਂ ਤੇ ਉੱਥੇ ਜਦੋਂ ਮਹਾਰਾਜ ਨੂੰ ਇਤਰਾ ਕੀਤੀ ਕਿ ਤੁਸੀਂ ਚਲੇ ਜਾਓ, ਮਹਾਰਾਜ ਗਏ ਨਹੀਂ। ਤੇ ਅਗਲੇ ਦਿਨ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਹੋਰਾਂ ਨੇ ਪੰਜ ਪਿਆਰਿਆਂ ਦੀ ਸ਼ਹੀਦੀ ਤੋਂ ਪਹਿਲੇ ਉਹਨਾਂ ਨੇ ਅਰਦਾਸਾਂ ਸੋਧਿਆ ਤੇ ਅਰਦਾਸ ਕਰਕੇ ਮਹਾਰਾਜ ਅੱਗੇ ਖੜੇ ਹੋ ਕੇ ਕਹਿਣ ਲੱਗੇ, ਅੱਜ ਪੰਜ ਤੁਹਾਡੀ ਬੇਨਤੀ ਕਰਨ ਨਹੀਂ ਆਏ, ਜੋ ਤੁਹਾਨੂੰ ਤੁਸੀਂ ਸਾਨੂੰ ਦਾਤ ਬਖਸ਼ੀ ਸੀ ਅਨੰਦਪੁਰ ਸਾਹਿਬ, ਜੋ ਸਾਨੂੰ ਕਹੇ ਸਨ ਗੱਲਾਂ ਤੁਸੀਂ ਕਹੀਆਂ ਸਨ, ਅੱਜ ਤੁਹਾਨੂੰ ਅਸੀਂ ਬੇਨਤੀ ਨਹੀਂ ਕਰਦੇ ਪਏ, ਤੁਹਾਨੂੰ ਅਸੀਂ ਕਹਿ ਰਹੇ ਹਾਂ। ਪੰਜਾਂ ਦੇ ਹੁਕਮ ਵਿੱਚ ਤੁਸੀਂ ਕਿਹਾ ਸੀ ਪੰਜਾਂ ਚ ਹੁਕਮ ਹੈ ਬੜਾ, ਤੁਸੀਂ ਕਿਹਾ ਸੀ ਪੰਜਾਂ ਵਿੱਚ ਤਾਕਤ ਹੈ ਬੜੀ। ਅਸੀਂ ਆਪਣੇ ਗੁਰੂ ਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਕਿਲਾ ਛੋੜ ਕੇ ਚਲੇ ਜਾਓ, ਜੇ ਤੁਸੀਂ ਬਚੋਗੇ ਤੇ ਕੌਮ ਬਚੇਗੀ। ਇਹ ਉਸ ਮਹਾਨ ਮਰਦ ਅਗੰਬੜੇ ਦੀ ਕਹਾਣੀ ਹੈ ਜਿਹੜੀ ਇਹ ਇਸ 1699 ਦੀ ਵਿਸਾਖੀ ਵਿੱਚ ਵਰਤੀ। ਤੇ ਯਾਦ ਰੱਖਿਓ ਇਸ ਅੰਮ੍ਰਿਤ ਦੀ ਤਾਕਤ ਨੂੰ। ਇਸ ਅੰਮ੍ਰਿਤ ਦੀ ਤਾਕਤ 1699 ਦੀ ਅੰਮ੍ਰਿਤ ਦੀ ਤਾਕਤ ਤੋਂ ਬਾਅਦ within a mere 70 years of that, not even 70 years, 68 years of that happening, ਮੁਗਲਾਂ ਦੀਆਂ ਜੜ੍ਹਾਂ ਪੰਜਾਬ ਤੋਂ ਪਰੇ ਹੋ ਕੇ ਚਲੀਆਂ ਗਈਆਂ। ਜਿਹੜਾ ਰਾਜ 950 ਸਾਲ ਦਾ ਰਾਜ 60 ਸਾਲਾਂ ਦੇ ਵਿੱਚ ਖਤਮ ਹੋ ਗਿਆ। ਤੇ ਇਹ ਅੰਮ੍ਰਿਤ ਦੀ ਤਾਕਤ ਸੀ ਸਾਰੀ, ਹੋਰ ਕੋਈ ਨਹੀਂ ਖਤਮ ਕਰ। ਉਸ ਵੇਲੇ ਕੋਈ ਕਹਿੰਦਾ ਤੇ ਲੋਕ ਹੱਸਦੇ ਉਹਦੇ ਉੱਤੇ ਵੀ ਇਹ ਕਿੰਜ ਹੋ ਸਕਦਾ, ਸਿੱਖ ਰਾਜ ਕਿੰਜ ਕਾਇਮ ਹੋ ਸਕਦਾ ਹੈ, ਇਹਨਾਂ ਇਸ ਵੱਡੀ ਇੰਪਾਇਰ ਨੂੰ ਕੌਣ ਹਿਲਾ ਸਕਦਾ ਹੈ। ਪਰ ਇਸ ਅੰਮ੍ਰਿਤ ਦੀ ਤਾਕਤ ਸੀ। ਔਰ ਇਹ ਮੈਸੇਜ ਅਸੀਂ ਗੁਰਦੁਆਰਿਆਂ 'ਚ ਦੇ ਨਹੀਂ ਸਕਦੇ। ਜਿਹੜਾ ਮੈਸੇਜ ਜਿਹੜਾ ਦੇਣਾ ਚਾਹੀਦਾ ਗੁਰਦੁਆਰਿਆਂ ਵਿੱਚ, ਅਸੀਂ ਬੜਾ ਸੀਮਿਤ ਕਰਕੇ ਉਸ ਮੈਸੇਜ ਨੂੰ ਇੱਕ ਛੋਟੇ ਰੂਪ ਵਿੱਚ ਪੇਸ਼ ਕਰਦੇ ਹਾਂ। ਤੇ ਇੱਕ ਇਸ ਦਾ ਕਿ ਰੂਟੀਨ ਬਣ ਗਿਆ ਹੈ ਵਿਸਾਖੀ ਮਨਾਉਣਾ, ਲੇਕਿਨ ਆਪਣੇ ਆਪ ਨੂੰ ਕਦੀ ਇਨਕਰੇਜ ਨਹੀਂ ਕਰ ਸਕਦੇ ਉਹਨਾਂ ਵਰਗੇ ਬਣਨ ਦੀ। ਕਿਸੇ ਨੂੰ ਇਨਕਰੇਜ ਨਹੀਂ ਕਰ ਸਕਦੇ ਅੰਮ੍ਰਿਤ ਛਕਣ ਦੀ।
ਕਕਾਰ ਧਾਰਨ ਕਰਨ ਦੀ, ਕਕਾਰ ਪਾਣ ਦੀ, ਅੰਮ੍ਰਿਤ ਵੇਲੇ ਉੱਠਣ ਦੀ, ਬਾਣੀ ਨਾਲ ਜੁੜਨ ਦੀ, ਨਿਤਨੇਮੀ ਬਣਨ ਦੀ, ਸੰਤ ਸਿਪਾਹੀ ਬਣਨ ਦੀ, ਸੇਵਾ ਕਰਨ ਦੀ, ਜੋ ਉਹਨਾਂ ਨੇ ਹਿਦਾਇਤ ਉਸ ਵੇਲੇ ਅਨੰਦਪੁਰ ਸਾਹਿਬ ਕੀਤੀ। ਤੇ ਇਹ ਖਾਲਸੇ ਦੀ ਸਿਰਜਣਾ ਦਾ ਦਿਵਸ ਹੈ। ਇਸ ਪਿਓਰਿਟੀ ਦਾ ਜਨਮ ਉਸ ਦਿਨ ਉਹਨਾਂ ਨੇ ਕਰਾਇਆ ਤੇ ਪਿਓਰ ਬਣਾਇਆ, ਤੇ ਪਿਓਰ ਸਿਰਫ ਲੜਨ ਵਾਸਤੇ ਨਹੀਂ, ਪਰਮਾਤਮਾ ਨਾਲ ਜੁੜਨ ਵਾਸਤੇ ਵੀ ਨਾਲ। ਉਹਨਾਂ ਨੂੰ ਪਤਾ ਸੀ ਜਦ ਤੱਕ ਜੁੜਾਂਗੇ ਨਹੀਂ ਤਦ ਤੱਕ ਲੜ ਨਹੀਂ ਸਕਦੇ। ਫਿਰ ਅੱਗੇ ਫਿਰ ਦੇਖੋ ਫਿਰ ਕਿਉਂ ਜੇ ਬੰਦੇ ਪੈਦਾ ਹੋਏ, ਫਿਰ ਬੰਦਾ ਸਿੰਘ ਬਹਾਦਰ, ਫਿਰ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲਵਾ, ਸ਼ਾਮ ਸਿੰਘ ਅਟਾਰੀ ਵਾਲਾ, ਮਹਾਰਾਜਾ ਰਣਜੀਤ ਸਿੰਘ, ਜੱਸਾ ਸਿੰਘ ਆਲੂ ਵਾਰੀਆ, ਜੱਸਾ ਸਿੰਘ ਰਾਮਗੜੀਆ, ਇਹੋ ਜਿਹੇ ਗੁਰੂ ਕੇ ਸੰਤ, ਵੱਡੇ ਸੰਤ ਸਿਪਾਹੀ ਪੈਦਾ ਕੀਤੇ ਜਿਨ੍ਹਾਂ ਨੇ ਮੁਗਲ ਰਾਜ ਦੀਆਂ 500 ਸਾਲ ਪੁਰਾਣੀਆਂ, 900 ਸਾਲ ਪੁਰਾਣੀਆਂ ਜੜ੍ਹਾਂ ਨੂੰ ਉਖਾੜ ਕੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਕਰ ਦਿੱਤਾ। ਇਹ ਅੰਮ੍ਰਿਤ ਦੀ ਤਾਕਤ ਸੀ, ਇਹ ਅੰਮ੍ਰਿਤ ਦੀ ਦੇਣ ਸੀ ਇਹ ਵਾਲੀ। ਤੇ ਇਸ ਅੰਮ੍ਰਿਤ ਦੀ ਤਾਕਤ ਨੂੰ ਛੋਟਾ ਨਾ ਬਣਾਓ, ਇਸ ਅੰਮ੍ਰਿਤ ਦੀ ਤਾਕਤ ਨੂੰ ਨੀਵਾਂ ਨਾ ਗਿਣੋ, ਇਹ ਅੰਮ੍ਰਿਤ ਦੀ ਤਾਕਤ ਨੂੰ ਵੱਡਾ ਗਿਣੋ ਇਸਨੂੰ, ਤੇ ਗੁਰੂ ਵਾਲੇ ਬਣੋ ਤਾਂ ਅੱਗੇ ਗੱਲ ਬਣੇਗੀ ਸਾਰੀ। ਸਿਮਰਨ ਸੇਵਾ ਵਾਲੇ ਪਾਸੇ ਲੱਗੋ ਤਾਂ ਇਹ ਸੱਚੀ ਸ਼ਰਧਾਂਜਲੀ ਹੈ ਵਿਸਾਖੀ ਵਾਲੇ ਦਿਨ ਦੀ, ਨਹੀਂ ਤੇ ਸਿਰਫ ਗੱਲਾਂ ਹਨ ਸਾਰੀਆਂ। So I've spoken a lot today and I wanted to do this because I know ਕਿ ਇਸ ਦਿਨ ਗੁਰਦੁਆਰਿਆਂ ਵਿੱਚ ਸਿਰਫ ਆਮ ਤੌਰ ਤੇ ਬੰਦਾ ਪ੍ਰੇਰਿਆ ਨਹੀਂ ਜਾਂਦਾ, ਉੱਥੇ ਜਾ ਕੇ ਪ੍ਰੇਰਿਤ ਨਹੀਂ ਹੋ ਪਾਉਂਦਾ। ਉੱਥੇ ਜਾ ਕੇ ਤੁਸੀਂ ਪ੍ਰੇਰਿਤ ਹੋਣਾ ਹੈ, ਤੁਸੀਂ ਇਹਨਾਂ ਤੋਂ ਜੀਵਨ ਤੋਂ ਸਿੱਖਣਾ ਹੈ, ਤੇ ਉਸ ਮਹਾਨ ਮਰਦ ਗਮੜੇ ਦੀ ਕਹਾਣੀ ਆਪਣੇ ਬੱਚਿਆਂ ਨੂੰ ਸੁਣਾਣੀ ਹੈ। ਤੁਸੀਂ ਕਿਸ ਤਰ੍ਹਾਂ ਉਹਨਾਂ ਨੇ 40 ਨਾਲ ਜਿਹੜਾ ਮੱਥਾ ਜਿਹੜਾ ਆਪਣਾ ਲੈ ਕੇ 10 ਲੱਖ ਦੀ ਫੌਜ 40 ਨਾਲ ਕਿਸਾਂ ਭਿੜ ਗਈ ਚਮਕੌਰ, ਕਿਸ ਤਰ੍ਹਾਂ ਉਹਨੇ 40 ਮੁਕਤਿਆਂ ਦੇ ਨਾਲ ਮੁਕਤਸਰ ਦੀ ਜੰਗ ਜਿੱਤੀ ਉਹਨਾਂ ਨੇ, ਕਿਸ ਤਰ੍ਹਾਂ ਉਹਨਾਂ ਨੇ ਐਡਵਰਸ ਸਰਕਮਸਟੈਂਸਸ ਵਿੱਚ ਆਪਣੇ ਚਾਰਾਂ ਪੁੱਤਰਾਂ ਨੂੰ ਖੋਇਆ, ਕਦੀ ਸੀ ਨਹੀਂ ਕੀਤੀ, ਕਦੀ ਉਹਨਾਂ ਨੇ ਮੁਸਲਮਾਨਾਂ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਿਆ, ਕਦੀ ਉਹਨਾਂ ਨੇ ਹਿੰਦੂਆਂ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਿਆ। ਉਹਨਾਂ ਨੇ ਹਮੇਸ਼ਾ ਇਸ ਬਾਰੇ ਲਲਕਾਰਿਆ ਕਿ ਅਣਖ ਨਾਲ ਆਪਣਾ ਜੀਵਨ ਜੀਓ, ਉੱਚਾ ਰਹਿ ਕੇ ਆਪਣਾ ਜੀਵਨ ਜੀਓ, ਭਗਤੀ ਵਿੱਚ ਆਪਣਾ ਰਹਿ ਕੇ ਜੀਵਨ ਜੀਓ, ਸੈਕੰਡ ਕਲਾਸ ਸਿਟੀਜ਼ਨ ਨਾ ਬਣੋ ਕਦੀ ਵੀ। ਉਹਨਾਂ ਨੇ ਕਦੀ ਵਿਤਕਰੇ ਨਹੀਂ ਪਾਏ, ਉਹਨਾਂ ਨੇ ਕਦੀ ਦਰਾਰਾਂ ਨਹੀਂ ਪਾਈਆਂ, ਉਹਨਾਂ ਨੂੰ ਲੋਕਾਂ ਨਾਲ ਮਿਲਾਇਆ, ਉਹਨਾਂ ਨੂੰ ਹਮੇਸ਼ਾ ਇੱਕ ਨਾਲ ਬਣ ਕੇ ਚੱਲਣ ਦੀ ਸਲਾਹ ਦਿੱਤੀ ਹੈ। ਸੱਚੇ ਦੇਸ਼ ਭਗਤ ਸਨ, ਉਹਨਾਂ ਤੋਂ ਵੱਡਾ ਕੋਈ ਵੱਡਾ ਦੇਸ਼ ਭਗਤ ਨਹੀਂ ਸੀ ਕੋਈ ਵੱਡਾ। ਇਹ ਜੋ ਮਰਜ਼ੀ ਪਏ ਕਹਿਣ, ਅੱਜ ਜੋ ਮਰਜ਼ੀ ਪਏ ਲਾਂਤਾ ਸਾਡੇ ਤੇ ਲਾਣ, ਉਹਨਾਂ ਤੋਂ ਵੱਡਾ ਕੋਈ ਦੇਸ਼ ਭਗਤ ਨਹੀਂ ਹੋਇਆ ਜਿਨ੍ਹਾਂ ਨੇ ਆਪਣੀ ਦੇਸ਼ ਦੀ ਰੱਖਿਆ 4 ਪੁੱਤਰਾਂ ਨੂੰ ਗਵਾ ਕੇ ਕੀਤੀ ਆਪਣੀ। ਤੇ ਪੰਜਾਬ ਅੱਜ ਕਾਇਮ ਹੈ, ਅਸੀਂ ਤੁਹਾਡੀਆਂ ਦਸਤਾਰਾਂ ਕਾਇਮ ਉਹਨਾਂ ਦੇ ਕਾਰਨ, ਅੱਜ ਉਸ ਅੰਮ੍ਰਿਤ ਦੀ ਦਾਤ ਦੇ ਕਾਰਨ। ਤੇ ਇਹ ਮੈਸੇਜ ਤੁਸੀਂ ਪਹੁੰਚਾਉਣਾ ਹੈ ਵਿਸਾਖੀ ਵਾਲੇ ਦਿਨ, ਜਿਹੜਾ ਮਿਲੇ ਤੁਹਾਨੂੰ। ਸੋ I don't have anything else to say here, ਲੇਕਿਨ ਉਹਨਾਂ ਪੰਜਾਂ ਦੀ ਯਾਦ ਵਿੱਚ, ਉਹਨਾਂ 5 ਪਿਆਰਿਆਂ ਦੀ ਯਾਦ ਜਿਹੜੀ ਆਪਣੇ ਅੰਦਰ ਕਾਇਮ ਰੱਖੋ। ਘੱਟੋ ਘੱਟ ਉਹਨਾਂ ਦੇ ਯਾਦ ਤੇ ਜ਼ਬਾਨੀ ਯਾਦ ਰੱਖੋ। ਬਹੁਤੇ ਸਾਰੇ ਸਿੰਘ ਇਹੋ ਜਿਹੇ ਹਨ ਤੁਹਾਨੂੰ ਮਿਲਣਗੇ, ਬਹੁਤੇ ਮੈਜੋਰਿਟੀ ਆਫ ਦ ਸਿੰਘ ਨੂੰ 5 ਪਿਆਰਿਆਂ ਦਾ ਨਾਂ ਨਹੀਂ ਯਾਦ, ਬਹੁਤਾਂ ਨੂੰ ਹੋਣਗੇ ਜਿਨ੍ਹਾਂ ਨੂੰ 5 ਪਿਆਰਿਆਂ ਦਾ ਨਾਂ ਨਹੀਂ ਯਾਦ, ਜਿਨ੍ਹਾਂ ਨੂੰ 5 ਪਿਆਰੇ ਨਹੀਂ ਪਤਾ, 4 ਸਾਹਿਬਜ਼ਾਦਿਆਂ ਦਾ ਨਾਂ ਨਹੀਂ ਪਤਾ, ਜਿਨ੍ਹਾਂ ਨੂੰ ਲਾਨਤ ਹੈ ਉਸ ਤੁਹਾਨੂੰ ਜੇ ਤੁਹਾਨੂੰ ਨਹੀਂ ਪਤਾ। ਤੇ ਆਈ ਐਮ ਸੌਰੀ ਟੂ ਸੇ ਦਿਸ, ਇਹ ਬੜੀ ਸ਼ਰਮਿੰਦਗੀ ਦੀ ਗੱਲ ਹੈ ਜੇ ਤੁਹਾਨੂੰ 5 ਪਿਆਰਿਆਂ ਦੇ ਨਾਂ ਨਹੀਂ ਪਤਾ। 5 ਪਿਆਰਿਆਂ ਦੇ ਨਾਂ ਤੁਹਾਨੂੰ ਪਤਾ ਹੋਣੇ ਚਾਹੀਦੇ, ਉਹਨਾਂ ਦੀ ਜੀਵਨੀ ਬਾਰੇ ਪਤਾ ਹੋਣਾ ਚਾਹੀਦਾ, ਕਿੱਥੇ ਹੈ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਕੌਣ ਸਨ। ਤੇ ਉਹ ਇਤਨਾ ਪਿਆਰ ਆਪਸ ਵਿੱਚ ਸੀ ਕਿ ਮਹਾਰਾਜ ਦੇ ਜਾਣ ਤੋਂ ਕੁਝ ਮਹੀਨਿਆਂ ਬਾਅਦ ਅਕਾਲ ਚਲਾਣਾ ਕਰ ਗਏ। ਤੇ ਜਦੋਂ ਹਜ਼ੂਰ ਸਾਹਿਬ ਜਾਓ ਤੇ ਇਹਨਾਂ ਦੇ ਅਸਥਾਨ ਤੇ ਜ਼ਰੂਰ ਦਰਸ਼ਨ ਕਰੋ, ਉਹਨਾਂ ਦੀ ਯਾਦ ਆਪਣੇ ਮਨ ਵਿੱਚ ਪੈਦਾ ਕਰੋ। ਉਹਨਾਂ ਦੇ ਅੰਗੀਠੇ ਜਿਹੜੇ ਹਨ ਮਹਾਰਾਜ ਦੇ ਅੰਗੀਠੇ ਤੋਂ ਬਹੁਤ ਦੂਰ ਉਹਨਾਂ ਦੇ ਅੰਗੀਠੇ ਨਹੀਂ ਹੈ। ਤੇ ਕੇਸਗੜ੍ਹ ਸਾਹਿਬ ਜਾਓ ਜ਼ਰੂਰ, ਅਨੰਦਪੁਰ ਸਾਹਿਬ ਜਾਣਾ ਚਾਹੀਦਾ ਹੈ, ਖਾਲਸੇ ਦਾ ਜਨਮ ਦਿਹਾੜਾ ਉੱਥੇ ਮਨਾਇਆ ਜਾਂਦਾ ਹੈ ਔਰ ਉਹ ਵੱਡੀ ਜਗ੍ਹਾ ਹੈ ਮਨਾਉਣ ਦੀ। ਹਾਂਜੀ, I'm going to end my talk here. It was very emotional for me to talk also, but this is important to know who we are and where we come from and where we are born from and what is the significance of this day today, and what we gave up to be here today and who gave up what, So anybody has questions or any comments or questions or anything they want to add to what I missed on?
Please go ahead and unmute yourself and share your experiences, Anji. ਵੀਰ ਜੀ ਮੇਰਾ ਕੁਐਸਚਨ ਹੈਗਾ ਕਿ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਵਿਸਾਖੀ ਵਾਲੇ ਦਿਨ ਹੁੰਦੀ ਹੈ ਉਹ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਕਿ ਬਾਅਦ ਵਿੱਚ ਸ਼ੁਰੂ ਹੋਈ ਹੈ ਤੇ ਉਹਦਾ ਮੈਨੂੰ ਅੰਦਾਜ਼ਾ ਨਹੀਂ ਹੈ, ਮਹਾਰਾਜ ਦੇ ਟਾਈਮ ਤੋਂ ਸ਼ੁਰੂ ਹੋਈ ਹੋਣੀ ਹੈ ਜ਼ਰੂਰ, ਤੇ ਇਹ ਨਿਸ਼ਾਨ ਸਾਹਿਬ ਦੀ ਸੇਵਾ ਦੀ ਪਿਛੋਕੜ ਕੀ ਹੈ, ਕਦੋਂ ਐਗਜ਼ੈਕਟਲੀ ਸ਼ੁਰੂ ਹੋਈ ਸੇਵਾ, ਮੈਂ ਕਹਿ ਨਹੀਂ ਸਕਦਾ ਇਸ ਬਾਰੇ, ਬਲਕਿ ਲੇਕਿਨ ਨਿਸ਼ਾਨ ਜਿਹੜੇ ਹਨ ਉਸ ਵੇਲੇ ਜਿਹੜੇ ਹਨ ਅਸੀਂ ਮੱਥਾ ਟੇਕਦੇ ਹਾਂ ਜ਼ਰੂਰ ਉਹਨਾਂ ਨੂੰ, ਕਿਉਂਕਿ ਨਿਸ਼ਾਨ ਜਿਹੜੇ ਹਨ ਉੱਥੇ ਸ਼ਸਤਰਾਂ ਦੀ ਤੇ ਇੱਕ ਨਾਲੇ ਉੱਥੇ ਇੱਕ ਹੋਰ ਚੀਜ਼ ਦੇ ਦਰਸ਼ਨ ਹੁੰਦੇ ਹਨ। ਮੈਂ ਕਹਿਣੀ ਗੱਲ ਭੁੱਲ ਗਿਆ, ਇੱਕ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦਰਸ਼ਨ ਹੁੰਦੇ ਹਨ, ਤੇ ਦੂਸਰੀ ਜਿਹੜਾ ਟਰਮ ਜਿਹੜਾ ਕੋਇਨ ਉਸ ਦਿਨ ਹੋਇਆ ਉਹ ਸੀ ਦੇਗ ਫਤਿਹ, ਤੇ ਦੇਗ ਐਨਰਜੀ ਹੈ, ਤੇ ਦੇਗ ਦੀ ਅਗਰ ਸਥੂਲ ਰੂਪ ਦੇਖੋਗੇ, ਅਗਰ ਸੂਖਸ਼ਮ ਰੂਪ ਵਿੱਚ ਐਨਰਜੀ ਹੈ ਦੇਗ, ਸੋਰਸ ਹੈ ਐਨਰਜੀ ਦੀ ਦੇਗ, ਤੇ ਅਸਥੂਲ ਰੂਪ ਵਿੱਚ ਕੜਾ ਪ੍ਰਸ਼ਾਦ ਹੈ, ਤੇ ਉਸ ਵੇਲੇ ਤੁਸੀਂ ਪੁਰਾਤਨ ਹਿਸਟਰੀ ਦੀਆਂ ਕਿਤਾਬਾਂ ਪੜ੍ਹ ਲਓ, ਕੋਈ ਜੋਤੀ ਮਰਦਾਨਾ ਨੂੰ ਪੜ੍ਹ ਲਓ, ਜਾਂ ਪੁਰਾਤਨ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹ ਲਓ, ਜਿਹੜੇ ਸਿੰਘ ਸ਼ਹੀਦੀ ਹੁੰਦੇ, ਸ਼ਹੀਦੀਆਂ ਜਿਹੜੇ ਬੈਟਲ ਜਿਹੜੇ ਹੋ ਜਾਂਦੇ ਸਨ ਉਸ ਵੇਲੇ, ਸਿੱਖਾਂ ਕੋਲ ਕਿੱਥੇ ਹਸਪੀਟਲ ਸਨ, ਸਿੱਖਾਂ ਕੋਲ ਕਿਹੜੇ ਡਾਕਟਰ ਸਨ ਉਸ ਵੇਲੇ, ਤੇ ਉਸ ਵੇਲੇ ਕੜਾ ਪ੍ਰਸ਼ਾਦ ਖਵਾਇਆ ਜਾਂਦਾ ਸੀ, ਤੇ ਗਰਮ ਕੜਾ ਪ੍ਰਸ਼ਾਦ ਜਿਹੜਾ ਹੈ ਉਹ ਵੁੰਡ ਤੇ ਰੱਖਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਸੀ ਕਿ ਮਹਾਰਾਜ ਦੀ ਅਰਦਾਸ ਮਿਲੀ ਹੋਈ ਹੈ ਇਹਦੇ ਵਿੱਚ, ਇਹ ਜਿੱਥੇ ਰੱਖਾਂਗੇ ਤੁਹਾਡਾ ਕੰਮ ਠੀਕ ਹੋ ਜਾਏਗਾ ਸਾਰਾ। ਇਹ ਦੇਗ ਹੈ, ਤੇ ਦੇਗ ਜਿਹਦੇ ਵਿੱਚ ਹੋਏ, ਪਹਿਲੇ ਸੋਰਸ ਆਫ ਐਨਰਜੀ ਹੋਵੇ, ਤੇ ਫਿਰ ਤੇਗ ਚਲਦੀ ਹੈ ਨਾਲ, ਫਿਰ ਤੇਗ ਚਲਦੀ ਹੈ, ਪਹਿਲੇ ਦੇਗ ਹੈ ਤੇ ਫਿਰ ਤੇਗ ਹੈ। ਇਹ ਵੀ ਟਰਮ ਉਸੇ ਦਿਨ ਕੋਇਨ ਹੋਏ ਸਾਰੇ। ਮੈਂ ਕਹਿਣੇ ਭੁੱਲ ਗਿਆ, ਅੱਛਾ ਹੋਇਆ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ। ਤੇ ਗਿਆਨੀ ਗਿਆਨ ਸਿੰਘ ਹੋਰੀ ਬੜੇ ਵੱਡੇ ਆਥਰ ਹੋਏ, ਪੰਥ ਪ੍ਰਕਾਸ਼ ਲਿਖੀ ਉਹਨਾਂ ਨੇ ਇੱਕ ਬੁੱਕ, ਕਦੀ ਟਾਈਮ ਮਿਲੇ ਤੇ ਪੜ੍ਹਨਾ, ਕਦੀ ਅੱਜ ਕੱਲ ਟਾਈਮ ਕਿਸੇ ਕੋਲ ਨਹੀਂ ਹੈ ਪੜ੍ਹਨ ਦਾ, ਅੱਜ ਕੱਲ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਇੱਕ ਵਿਡੰਬਨਾ ਹੈ ਬੜੀ ਵੱਡੀ, ਕਿ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਪੜ੍ਹਨ ਦਾ ਟਾਈਮ ਨਹੀਂ ਕਿਸੇ ਨੂੰ। ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਪੰਥ ਪ੍ਰਕਾਸ਼, ਤੇ ਉਹਦੇ ਚ ਇੱਕ ਲਾਈਨਾਂ ਆਏ ਨੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਨਿਸ਼ਾਨ ਸਾਹਿਬ ਨੂੰ ਵੀ ਮੱਥਾ ਟੇਕਦੇ ਆ, ਕਿਉਂ? ਕਿਉਂਕਿ ਇਹ ਪੰਥ ਦੀ ਨਿਸ਼ਾਨੀਆਂ ਹਨ, ਗੁਰੂ ਪੰਥ ਦੀ ਨਿਸ਼ਾਨ। ਗੁਰੂ ਪੰਥ ਵਿੱਚ ਆਪ ਗੁਰੂ ਖੜਾ ਹੈ, ਪਹਿਲੇ ਦੇਗ ਹੈ, ਪਹਿਲੇ ਐਨਰਜੀ ਹੈ ਜਿਹੜੀ ਨਾਮ ਤੋਂ ਆਣੀ ਹੈ, ਜਿਹੜੀ ਭਗਤੀ ਤੋਂ ਆਣੀ ਹੈ। ਪਹਿਲੇ ਦੇਗ ਦੀ ਐਨਰਜੀ ਭਗਤੀ ਤੋਂ ਆਣੀ ਹੈ, ਤੇ ਸਥੂਲ ਰੂਪ ਵਿੱਚ ਕੜਾ ਪ੍ਰਸ਼ਾਦ ਤੋਂ ਆਣੀ ਹੈ, ਜਿਹਦੇ ਵਿੱਚ ਘਿਓ, ਚੀਨੀ ਤੇ ਆਟਾ ਹੈ, ਜਿਹਦੇ ਵਿੱਚ, ਤੇ ਇਹ ਸਿੰਘ ਨੇ ਗ੍ਰਹਿਣ ਕਰਨੀ ਹੈ, ਜਿਹੜੀ ਇਹ ਗ੍ਰਹਿਣ ਕਰਨ ਤੋਂ ਬਾਅਦ ਤੇਗ ਚਲਾਣ ਦੀ, ਤੇਗ ਵਾਹਣ ਦੀ ਸ਼ਕਤੀ ਆਏਗੀ ਉਹਦੇ ਵਿੱਚ, ਤੇ ਉਹ ਤੇਗ ਉਹ ਚੱਲੇਗੀ ਜਿਹੜੀ ਧਰਮ ਤੇ ਰਾਹ ਤੇ ਤੇਗ ਚੱਲਣ ਵਾਲੀ ਹੋਵੇ। ਉਹ ਤੇਗ ਨਹੀਂ ਚੱਲੇਗੀ ਜਿਹੜੀ ਦੂਸਰਿਆਂ ਤੇ ਜ਼ੁਲਮ ਕਰਨ ਵਾਲੀ ਤੇਗ ਹੋਵੇ। ਇਹ ਤੇਗ ਉਹ ਚੱਲੇਗੀ ਜਿਹੜੀ ਨਾਦਰ ਸ਼ਾਹ ਦੀ 40 ਗੱਡਿਆਂ ਵਿੱਚੋਂ ਉਹਨਾਂ ਯੰਗ ਕੁੜੀਆਂ ਦੀਆਂ ਜਿਹੜੀਆਂ ਜਾਨਾਂ ਬਚਾ ਕੇ ਉਹਨਾਂ ਦੇ ਘਰ ਘਰ ਛੋੜਨ ਦੇ ਪਿੱਛੇ ਤੇਗ ਚੱਲੇਗੀ। ਇਹ ਤੇਗ ਉਸ ਫਲ ਤੇ ਤੇਗ ਵਾਈ ਜਾਏਗੀ। ਇਹ ਤੇਗ ਹੈ, ਉਹ ਦੇਗ ਦਾ ਤੇਗ। ਤੇ ਫਿਰ ਫਤਿਹ ਹੈ, ਫਿਰ ਜਿੱਤ ਹੈ। ਜਿੱਤ ਕੋਈ ਇਨਸਾਨੀ ਜਿੱਤ ਬਾਰੇ ਫਤਿਹ ਦੀ ਗੱਲ ਨਹੀਂ ਆਈ। ਇਹ ਫਤਿਹ ਦੀ ਜੁੰਕਾਰ ਕਿਸੇ ਇਲਾਕੇ ਜਿੱਤਣ ਦੀ ਫਤਿਹ ਨਹੀਂ, ਇਹ ਕਿਸੇ ਗੁਰਦੁਆਰਿਆਂ ਜਿੱਤਣ ਦੀ ਫਤਿਹ ਨਹੀਂ। ਇਹ ਫਤਿਹ ਆਪ ਜਿੱਤਣ ਦੇ ਉੱਤੇ ਹੈ। ਇਹ ਫਤਿਹ ਹੈ ਦੁਬਾਰਾ ਮਨੁੱਖਾ ਜਨਮ ਨਾ ਮਿਲਣ ਦੀ। ਇਹ ਫਤਿਹ ਹੈ ਨਾਮ ਦੀ ਪ੍ਰਾਪਤੀ ਦੀ। ਇਹ ਫਤਿਹ ਹੈ ਜੀ ਦਾਨ ਦੀ। ਇਹ ਫਤਿਹ ਹੈ ਹੁਣ ਦੁਬਾਰਾ ਆਣ ਦੀ ਨਾ। ਇਹ ਫਤਿਹ ਹੈ ਜਪਜੀ ਤੇ ਸੁਖਮਨੀ ਵਿੱਚ ਮਿਲਣ ਦੀ। ਤੇ ਇਹ ਹੋਣੀ ਫਤਿਹ ਤਾਂ ਹੈ ਜਦੋਂ ਦੇਗ ਫਤਿਹ ਦਾ, ਜਦੋਂ ਇਹ ਕਲਗੀਧਰ ਪਿਤਾ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਢਾਲੇ, ਜਿਹੜਾ ਆਪਣਾ ਉਹਦੀ ਫਤਿਹ ਹੈ। ਇਹ ਉਹ ਫਤਿਹ ਹੈ। ਇਹ ਫਤਿਹ ਤੁਹਾਡੀ ਨਹੀਂ, ਅਕਾਲ ਪੁਰਖ ਦੀ ਫਤਿਹ ਹੈ। ਤੇ ਇਹ ਫਤਿਹ ਹੈ ਪੂਰਨ ਰੂਪ ਵਿੱਚ ਅੰਦਰੋਂ ਪ੍ਰਮਾਤਮਾ ਨਾਲ ਮਿਲਣ ਦੀ ਫਤਿਹ ਹੈ। ਹੈਰਾਨਗੀ ਦੀ ਗੱਲ ਹੈ ਜਿੱਥੇ
मैं किताबां पढ़ के नॉलेज लै सकदा, कोई भी गुरु का सिख लै सकदा है, लेकिन सारे सुस्त सारे नहीं लेना चाहते। गुरुद्वारियां विच गल्लां नहीं होंदियां, क्यों नहीं होंदियां ये तुसी अपने आप को पुछो तुसी। सो एनी अदर क्वेश्चंस और कमेंट्स? ਮੈਨੂੰ अच्छा कीता ਮੈਨੂੰ ਤੁਸੀਂ ਨਿਸ਼ਾਨ ਸਾਹਿਬ ਦਾ ਕੁਐਸਚਨ ਪੁੱਛ ਕੇ ਮੈਨੂੰ ਦੇਖਦੇ ਇੱਕ ਫਤਿਹ ਦਾ ਤੁਹਾਨੂੰ ਮੈਂ ਸਾਂਝ ਕਰ ਲਈ ਮੈਂ ਤੁਹਾਨੂੰ ਇਸ ਬਾਰੇ। ਯਾ ਵੀਰ ਜੀ ਰਹਿਤ ਮਰਿਆਦਾ ਦੇ ਟਾਈਮ ਤੇ ਨਹੀਂ ਸ਼ੁਰੂ ਹੋਇਆ ਸੀ ਇਹ ਨਿਸ਼ਾਨ ਸਾਹਿਬ ਦੀ ਸੇਵਾ? ਕੋਈ ਤੱਕ ਨਹੀਂ ਉਸੇ ਸ਼ੁਰੂ ਹੋਵੇ। ਮੈਂ ਆਈ ਕੈਨ ਲੁੱਕ ਇਟ ਅਪ ਐਂਡ ਸੀ ਕੋਈ ਮੇਰੇ ਵਾਸਤੇ ਕੋਈ ਕਦਮ ਸੇਵਾ ਸ਼ੁਰੂ ਹੋਈ ਉਹ ਇੰਪੋਰਟੈਂਟ ਨਹੀਂ ਹੈ। ਕਬ ਉੱਤੇ ਆਪਣੀ એનર્ਜੀ ਨਾ ਕਰੋ, એનર્ਜੀ ਆਪਣੀ ਫੋਕਸ ਕਰੋ ਨਾਮ ਦੇ ਉੱਤੇ ਤੇ એનર્ਜੀ ਆਪਣੀ ਫੋਕਸ ਕਰੋ ਪ੍ਰਮਾਤਮਾ ਨਾਲ ਮਿਲਣ ਦੇ ਉੱਤੇ ਤੇ એનર્ਜੀ ਆਪਣੀ ਫੋਕਸ ਕਰੋ ਕਿ ਕਿਹੜੇ ਲੋੜਵੰਦ ਨੂੰ ਮੈਂ ਜਾਣਦੀ ਹਾਂ ਤੇ ਕਿਸ ਤਰ੍ਹਾਂ ਮੈਂ ਉਹਦੀ ਮਦਦ ਕਰਾਂ। ਖਾਲਸੇ ਦਾ ਜਨਮ ਹੋਇਆ ਹੀ ਇਸੇ ਵਾਸਤੇ ਹੈ, ਇਹ ਆਇਆ ਹੀ ਇਸੇ ਵਾਸਤੇ ਹੈ ਕਿ ਅਕਾਲ ਪੁਰਖ ਦੀ ਫੌਜ ਬਣ ਕੇ ਆਇਆ ਹੈ ਤੇ ਜਿਤਨੇ ਆਏ ਹਨ ਉਹਦੇ ਨੁਮਾਇੰਦੇ ਬਣ ਕੇ ਤੇ ਹਰ ਇੱਕ ਦੇ ਮੂੰਹ ਵਿੱਚ ਰੋਟੀ ਪਾਉਣ ਵਾਸਤੇ ਤੇ ਦੂਸਰਿਆਂ ਨੂੰ ਰੋਟੀ ਦੇਣ ਵਾਸਤੇ, ਦੂਸਰਿਆਂ ਦੀਆਂ ਤਕਲੀਫਾਂ ਦੂਰ ਕਰਨ ਵਾਸਤੇ ਤੁਹਾਨੂੰ ਭੇਜਿਆ ਹੈ। ਉੱਥੇ ਆਪਣੀ એનર્ਜੀ ਨੂੰ ਲਗਾਓ, ਚਾਹੇ ਉਹ ਨੇਪਾਲ ਦੇ ਅਰਥਕੁਏਕ ਹੋਵੇ, ਚਾਹੇ ਕੇਰਲਾ ਵਿੱਚ ਫਲੱਡ ਹੋਵੇ। ਉਹ ਫਿਕਰ ਨਾ ਕਰੇ ਕਿਸ ਰੰਗ ਦਾ ਹੈ ਉਹ। ਤੁਸੀਂ ਆਏ ਇਸੇ ਵਾਸਤੇ ਹੋ, ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਤੇ ਗੁਰੂ ਦੇ ਨੁਮਾਇੰਦੇ ਬਣ ਕੇ ਦੁਨੀਆ ਦੇ ਕਿਸੇ ਵੀ ਜੀਵ ਦੇ ਦੁੱਖ ਦੂਰ ਕਰਨ ਵਾਸਤੇ ਤੁਸੀਂ ਆਏ। ਇਹ ਤੁਹਾਡੇ ਆਉਣ ਦਾ ਮਕਸਦ ਹੈ। Any questions? Any more comments? Otherwise I'm going to end the class in a minute or two. Sorry, a Japji di discussion nahi ho saki, but I'm happy I talked about this. This was important. No more questions, no more comments. ठीक है जी. I'm going to end it here. I still remain. I'll be here for another minute or two, though. That I will end the class. Vaheguru Ji ka Khalsa, Vaheguru Ji ki Fateh ji. Thank you, Veer ji. Yeah, no problem. Thank you ji so much. Thank you. I'll stay here for a minute or two more. If sometimes people ask me questions when nobody else is around, so I'll just stay here for a minute or two more. ਸੁਰਿੰਦਰ ਜੀ, ਹਾਂਜੀ ਸ਼ੁਰੂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਆਡੀਓ ਬਣਾਉਣ ਦੀ, ਹੈ ਨਾ? ਹਾਂਜੀ ਮੈਂ ਤੁਹਾਡੀ ਸੁਜੈਸ਼ਨ ਸੀ ਔਰ ਬਹੁਤ ਅੱਛੀ ਸੁਜੈਸ਼ਨ ਸੀ। ਮੈਂ ਬੜੀ ਦੇਰ ਸੋਚਦਾ ਰਿਹਾ ਇਸ ਬਾਰੇ ਦੀਦੀ, ਤੁਹਾਡੇ ਕਹਿਣ ਤੋਂ ਬਾਅਦ ਮੈਂ ਨਹੀਂ, ਮੇਰੀ ਬੇਨਤੀ ਸੀ ਸੁਜੈਸਟ ਤੇ ਮੈਂ ਕੀ ਕਰ ਸਕਨੀ ਆ, ਪਰ ਹੁਣ ਅੱਜ ਵੀ ਜਿਵੇਂ ਤੁਸੀਂ ਦੱਸਿਆ ਨਾ, ਇੰਝ ਦੀਆਂ ਵੀਡੀਓ ਦੀ ਬੜੀ ਲੋੜ ਹੈ, ਬੜੀ ਲੋੜ ਹੈ। ਮੈਂ ਬਣਾਵਾਂਗਾ ਜ਼ਰੂਰ, ਬੜੀ ਲੋੜ ਹੈ। ਮੈਂ ਬਣਾਵਾਂਗਾ ਜ਼ਰੂਰ, ਮੈਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗਾ। ਹੋਰ ਕੁਝ ਨਹੀਂ ਨਾ, ਜੇ ਕੋਈ ਆਪ ਇੰਨੀ ਇਫੈਕਟਿਵ ਤਰੀਕੇ ਨਾਲ ਐਕਸਪਲੇਨ ਨਹੀਂ ਨਾ ਕਰ ਸਕਦੇ, ਐਟਲੀਸਟ ਦੇ ਕੈਨ ਪਲੇ देयर ਆਡੀਓਜ਼ ਖਾਲਸਾ ਸਕੂਲਾਂ 'ਚ ਤੇ ਇਵਨ ਗੁਰਦੁਆਰਿਆਂ 'ਚ ਵੀ। Yeah, I want to do this really. I feel that there is a lot of lack of understanding or apni heritage de utte lack of feeling proud and lack of understanding or generally blame ਦੀ ਜਿਹੜੀ ਉਂਗਲੀ ਜਿਹੜੀ ਹੈ ਉੱਠਦੀ ਹੈ, ਜਿਹੜੀ ਉਹ ਗੁਰਦੁਆਰਿਆਂ ਤਰਫ ਉੱਠਦੀ ਹੈ, ਆਪਣੀ ਤਰਫ ਕਦੀ ਨਹੀਂ ਉੱਠਦੀ ਉਂਗਲੀ। ਇਹ ਕਦੀ ਨਹੀਂ ਕਹਿੰਦੇ ਕਿ ਮੇਰਾ ਕਸੂਰ ਹੈ, ਇਹ ਕਸੂਰ ਜਾਂ SGPC ਤੇ ਪਾ ਦੇਣਗੇ ਜਾਂ ਗੁਰਦੁਆਰਿਆਂ ਤੇ ਪਾ ਦੇਣਗੇ ਜਾਂ ਕਿਸੇ ਹੋਰ ਤੇ ਪਾ ਦੇਣਗੇ ਕਸੂਰ, ਲੇਕਿਨ ਆਪਣੇ ਆਪ ਤੇ ਕਦੀ ਨਹੀਂ ਕਰਨਗੇ ਕਿ if Surinder can buy 5 books and read and understand all this stuff and is able to explain it to others, then we can do it also. We can all do it together. और नहीं सुमित जी, मैं जरूर करांगा। ਤੁਸੀਂ ਮੈਨੂੰ ਉਸ ਦਿਨ ਬੜੀ ਮੈਨੂੰ ਪ੍ਰੇਰਣਾ ਦਿੱਤੀ ਹੈ ਇਹਦੇ ਉੱਤੇ। और कई बारी you have to sometime when somebody else says something, ਉਹਦਾ ਬੰਦਾ ਜ਼ਿਆਦਾ ਪ੍ਰੇਰਿਤ ਹੋ ਜਾਂਦਾ ਹੈ।
ਮੈਂ ਇੱਕ ਲਿਸਟ ਬਣਾ ਕੇ ਤੇ ਇਹਨਾਂ ਸਬਜੈਕਟ ਮੈਟਰ ਦੇ ਉੱਤੇ ਇੱਕ ਸੀਰੀਜ਼ ਬਣਾਉਣੀ ਸ਼ੁਰੂ ਕਰਾਂਗਾ ਮੈਂ, ਜਿਨ੍ਹਾਂ ਵਿੱਚੋਂ ਵਿਸਾਖੀ ਪਹਿਲੇ ਰੱਖਾਂਗੇ ਅਸੀਂ, ਕਰਕੇ ਉਸ ਤੋਂ ਬਾਅਦ ਫਿਰ ਬਾਕੀ ਜਿਹੜੇ ਦਿਨ ਜਿਹੜੇ ਹਨ ਇੰਪੋਰਟੈਂਟ ਜਿਹੜੇ ਹਨ, ਜਿਹੜੇ ਪਰ ਇਸ ਦਿਨ ਦੀ ਇੰਪੋਰਟੈਂਸ ਜਿਹੜੀ ਹੈ ਅਸੀਂ ਬਹੁਤ ਨੀਵੀਂ ਕਰਕੇ ਗੁਰਦੁਆਰਿਆਂ ਵਿੱਚ ਦੱਸਦੇ ਹਾਂ। ਇਸ ਦਿਨ ਦੀ ਇੰਪੋਰਟੈਂਸ ਅਸੀਂ ਠੀਕ ਤਰੀਕੇ ਨਾਲ ਸੁਮੀਤ ਜੀ ਕਿਸੇ ਨੂੰ ਦੱਸ ਨਹੀਂ ਸਕਦੇ, ਅਸੀਂ ਨਹੀਂ ਦੱਸ ਸਕੇ ਹਾਲੇ ਤੱਕ। ਇਹ ਸਾਡੀ ਬਦਕਿਸਮਤੀ ਹੈ ਸੁਮੀਤ ਜੀ, ਸਾਡੀ ਆਪਣੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਵੀਰ ਜੀ ਸਾਡੇ ਗੁਰਦੁਆਰੇ ਸਾਹਿਬ ਵੀ ਕੱਲ ਉਹਨਾਂ ਨੇ ਐਸੀ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿ ਸਿਰਫ ਵਿਸਾਖੀ ਦਾ ਮਤਲਬ ਸਿਰਫ ਇਹ ਫੈਸਟੀਵਿਟੀ ਇਹ ਸਭ ਨਹੀਂ ਹੈ, ਸਾਨੂੰ ਆਪਣੇ ਸਿੱਖ ਵਿਰਸੇ ਨਾਲ ਜਾਣੂ ਹੋਣਾ ਚਾਹੀਦਾ ਹੈ। ਤੇ ਉਹ ਉਪਰਾਲਾ ਇਹ ਲੈ ਰਹੇ ਨੇ ਕਿ ਜਿਸ ਤਰ੍ਹਾਂ ਹੁਣ ਤੁਸੀਂ ਬਹੁਤ ਸਾਰੀ ਮਹਾਨ ਸ਼ਖਸੀਅਤਾਂ ਦੇ ਨਾਂ ਲਏ ਨੇ, ਤੇ ਉਹ ਹਰ ਇਨ ਡੇਜ਼ ਨੂੰ ਸੈਲੀਬ੍ਰੇਟ ਕਰਨਗੇ, ਪੈਂਫਲੇਟਸ ਬਣਾ ਕੇ ਸੰਗਤ ਨੂੰ ਵੰਡਣਗੇ ਕਿ ਥੋੜੀ ਅਵੇਅਰਨੈਸ ਆਏ। ਸੋ ਤੁਸੀਂ ਅੱਜ ਸੇਮ ਗੱਲ ਕਹੀ ਹੈ। ਸੋ what I heard yesterday is exactly what they said yesterday in the Gurdwara Sahib also, ਮੇਰਾ ਕੰਮ ਤੇ ਦੇਖੋ ਜੀ, ਜਿਸ ਬੰਦੇ ਦੀ ਨੌਕਰੀ ਕਰਦੇ ਹੋ ਫਿਰ ਉਸ ਮਾਲਕ ਦੇ ਉੱਤੇ ਫਿਰ ਜਿਸਾ ਨੌਕਰੀ ਜਿਹਦੀ ਹੈ, ਫਿਰ ਜਿਹਦੀ ਫਿਰ ਨੌਕਰ ਹੈ, ਫਿਰ ਨੌਕਰੀ ਜਿਹਦੀ ਹੈ ਫਿਰ ਨੌਕਰ ਤੇ ਫਿਰ ਬੋਲੇਗਾ ਹੀ ਬੋਲੇਗਾ ਆਪਣੇ ਮਾਲਕ ਦੀ ਸਿਫਤਾਂ। ਮੈਂ ਤੇ ਇਹ ਕਰਨੀ ਹੈ। ਪਹਿਲੇ ਮੈਂ ਸੋਚਿਆ ਜਪਜੀ ਬਾਰੇ ਬੋਲਾਂ, ਫਿਰ ਮੈਂ ਕਿਹਾ ਨਹੀਂ, ਅੱਜ ਜਿਹਦਾ ਦਿਨ ਹੈ ਉਹਦੀ ਸਿਫਤ ਕਰਨੀ ਬਣਦੀ ਹੈ, ਜਿਹਦਾ ਦਿਨ ਹੈ ਅੱਜ। ਔਰ ਉਹਨਾਂ ਤੋਂ ਵੱਡਾ ਬਾਕੀ ਦੇਖੋ ਗੁਰੂਆਂ ਦੇ ਨਾਂ ਕਿਤਨੇ ਅਸੀਂ ਦਿੰਦੇ ਆ ਨਾਂ, ਬੜੇ ਵੱਡੇ ਨਾਂ ਦਿੱਤੇ ਹੋਏ ਗੁਰੂਆਂ ਦੇ ਹਰ ਇੱਕ ਦੇ। ਦਸਮ ਪਿਤਾ ਦਾ ਨਾਂ ਇੱਕ ਬੜਾ ਸਪੈਸ਼ਲ ਹੈ, ਉਹ ਹੈ ਸਾਹਿਬ ਕਮਾਲ। ਉਹ ਕਿਸੇ ਵਾਸਤੇ ਨਹੀਂ ਹੋਰ ਵਰਤਿਆ ਜਾਂਦਾ, ਹੋਰ ਉਹਨਾਂ ਵਰਗਾ ਕੋਈ ਨਹੀਂ ਹੈ, ਹੋਰ ਕੋਈ ਨਾ ਕਿਸੇ ਨੇ ਆਣਾ ਹੈ ਦੁਬਾਰਾ। ਇਹ ਜੋ ਮਰਜੀ ਪਏ ਕਹਿਣ, ਇਹ ਜੋ ਮਰਜੀ ਪਏ ਬੋਲਣ, ਇਹ ਜੋ ਮਰਜੀ ਪਏ ਕਹਿਣ, ਉਹਨਾਂ ਤੋਂ ਵੱਡਾ ਦੇਸ਼ ਭਗਤ ਦੁਨੀਆ 'ਚ ਨਹੀਂ ਕੋਈ ਹੋ ਸਕਦਾ। ਉਹਨਾਂ ਤੋਂ ਵੱਡਾ ਦੇਸ਼ ਭਗਤ ਨਾ ਜੰਮਿਆ ਤੇ ਨਾ ਜੰਮੇਗਾ ਕਦੀ ਦੁਬਾਰਾ। ਜੀ ਇਸ ਉਪਰਾਲੇ ਵਾਸਤੇ ਸਾਡੇ ਵੱਲੋਂ ਕੁਝ ਹੋ ਸਕੇ ਤੇ ਸਾਡੇ ਸਭ ਨੂੰ ਸ਼ਾਮਿਲ ਜ਼ਰੂਰ ਕਰਨਾ, ਅਸੀਂ ਤੁਹਾਡੀ ਕੋਈ ਤਰ੍ਹਾਂ ਦੀ ਵੀ ਤੁਹਾਡੇ ਵਾਸਤੇ ਕੋਈ ਸਪੋਰਟ ਦੇ ਸਕੀਏ। I'll be happy to do it. It'll be an honor, Viji, to do it. No. I know. ਚਲੋ ਜੀ। Anybody else want to say something? ਇੱਕ ਗੱਲ ਹੋਰ ਕਹਿ ਦਿਆਂ। ਹਾਂਜੀ, go ahead ਪਲੀਜ਼। ਹਾਂਜੀ ਦੱਸੋ ਸੁਮੀਤ ਜੀ। ਹਾਂਜੀ, ਇੰਦਰਜੀਤ ਜੀ ਹੁਣੇ ਕਹਿ ਰਹੇ ਸਨ ਪੈਂਫਲੇਟ ਦਾ, ਉਹ ਬੜਾ ਚੰਗਾ ਉਪਰਾਲਾ ਹੈ। ਪਰ ਇੱਕ ਹੁੰਦਾ ਤੁਸੀਂ ਵੇਖਿਆ ਹੋਣਾ ਕਿ ਕੀਰਤਨ ਕਰਦਿਆਂ ਵੀ, ਗਾਣਾ ਗਾਉਂਦਿਆਂ ਵੀ, ਕੋਈ ਜਿਵੇਂ ਤੁਸੀਂ ਜਿੰਨੇ ਦਾ ਵੇ ਜਿਵੇਂ ਤੁਸੀਂ ਪ੍ਰੈਜ਼ੈਂਟ ਕਰਦੇ ਹੋ, ਤੁਹਾਡੇ ਦਿਲੋਂ ਆਵਾਜ਼ ਨਿਕਲਦੀ ਹੈ ਤੇ ਉਹ ਦਿਲਾਂ ਤੱਕ ਪਹੁੰਚਦੀ ਹੈ। ਕੀਰਤਨ ਵੀ ਜਦੋਂ ਕਿਸੇ ਦੇ ਦਿਲੋਂ ਉੱਠਦਾ ਹੈ ਨਾ, ਉਹ ਦਿਲਾਂ ਤੱਕ ਪਹੁੰਚਦਾ। ਐਂਡ ਇਹ ਤੁਹਾਡੀ ਇਫੈਕਟਿਵਨੈਸ ਨਾ ਵਾਹਿਗੁਰੂ ਨੇ ਤੁਹਾਨੂੰ ਬਹੁਤ ਦਿੱਤੀ ਹੈ, ਤੇ ਤੁਹਾਡੀਆਂ ਆਡੀਓਜ਼ ਵਿਲ ਬੀ ਵੇਟਿੰਗ ਫॉर दैट ਜਦੋਂ ਵੀ ਤੁਹਾਡੇ ਕੋਲ ਟਾਈਮ ਹੋਏ। ਆਈ ਨੋ ਯੂ ਆਰ ਸੋ ਬਿਜ਼ੀ, ਪਰ ਇਹ ਘੱਟੋ ਘੱਟ ਕਿ ਨਹੀਂ ਮੈਂ ਜ਼ਰੂਰ ਕਰਾਂਗਾ ਇਹ ਕੰਮ ਮੈਂ ਜ਼ਰੂਰ ਕਰਨਾ ਹੈ। ਹਾਂ, ਅੱਜ ਵਾਲੀ ਜਿਹੜੀ ਹੈ ਨਾ very powerful and it's needed. Thank you. ਜੀ ਮੈਂ ਤੇ ਆਪ ਦੀ ਪਰਮਿਸ਼ਨ ਤੋਂ ਬਿਨਾ ਉੱਥੇ ਜਿਹੜਾ ਸਰਕਲ ਹੈਗਾ ਸੀ ਜਿਨ੍ਹਾਂ ਨੂੰ ਨੋਨ ਹੈਗਾ, ਮੈਂ ਸਭ ਨੂੰ ਇੰਟਰੋਡਿਊਸ ਕਰਾਇਆ ਤੁਹਾਡੀ YouTube ਦੀ ਉਹਨਾਂ ਦੇ ਨਾਲ, ਤੁਹਾਡੀ ਪਰਮਿਸ਼ਨ ਤੋਂ ਬਿਨਾ ਕੀਤਾ। ਬਟ ਨਹੀਂ ਮੇਰੀ ਪਰਮਿਸ਼ਨ ਦੀ ਤਾਂ ਮੈਂ ਉਹਨਾਂ ਨੂੰ ਸਪੈਸੀਫਿਕਲੀ ਉਹ ਵੀ ਦੱਸੇ ਨੇ ਤੁਸੀਂ ਕਿਹੜੀ ਡੇਟਸ ਨੂੰ ਕੀਤੀਆਂ ਹੋਈਆਂ ਵਿਸਾਖੀ ਦੀਆਂ ਪਹਿਲਾਂ ਰਿਕਾਰਡਿੰਗਸ ਨੂੰ। I've got to go now, but ਛੁੱਟੀ ਜੀ ਤੁਸੀਂ ਜੋ ਕਹਿਣਾ ਸੀ ਕਹੋ, ਫਿਰ ਮੈਂ ਚੱਲਿਆ ਹਾਂ। ਮੈਂ ਇਹ ਕਹਿਣ ਲੱਗੀ ਸੀ ਜੀ, ਤੁਸੀਂ you mentioned converting into PDF those notes that you have, ਉਹ ਜਿਹੜੇ ਤੁਸੀਂ yeah library ਵਾਲੇ, it's quite easy now, so when you're here maybe I can help you ਉਹਨੂੰ ਫੋਟੋ ਨਾਲ phone ਦੇ ਨਾਲ ਹੀ scan ਕਰ ਸਕਦੇ ਹਾਂ। Angad does that sometimes for me. Scan karke we can convert in the PDF. So I'll help you with that when you're here. So okay ji, theek hai ji। Okay ji, bye everybody ji। Okay ji, bye everybody।